ਉਹਦੇ ਤਹਿਤ ਇੱਥੇ ਆਉਂਦੇ ਨੇ। ਇਕੱਲਾ ਭਾਰਤੀ ਨਹੀਂ, ਏਸ਼ੀਆ ਭਰ ਤੋਂ ਜਿਹੜੇ ਨੇ ਵੱਖ-ਵੱਖ ਵਰਲਡ ਦੇ ਹਿੱਸਿਆਂ ਦੇ ਵਿੱਚੋਂ ਡਰੀਮਰਸ ਆਉਂਦੇ ਨੇ। ਤੇ ਪਰ ਹੁਣ ਉਹਨਾਂ ਦਾ ਆਉਣਾ ਕਿੰਨਾ ਕੁ ਔਖਾ ਹੋਇਆ ਪਿਆ। ਜੇਕਰ ਤੁਹਾਡਾ ਕੋਈ ਰਿਲੇਟਿਵ H1B ਦੇ ਉੱਤੇ ਹੈ ਤੇ ਇਸ ਵੇਲੇ ਇੰਡੀਆ ਗਿਆ ਹੋਇਆ ਜਾਂ ਜਾਣਾ ਚਾਹੁੰਦਾ, ਤਾਂ ਅੱਜ ਦਾ ਇਹ ਪ੍ਰੋਗਰਾਮ ਉਹਦੇ ਲਈ ਸੁਣਨਾ ਬੇਹੱਦ ਅਹਿਮ ਹੋਊਗਾ। ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਹਿਬ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। 1170 AM ਦੇ ਉੱਤੇ ਬੇ ਏਰੀਏ ਦੇ ਵਿੱਚ ਤੁਸੀਂ ਸਾਨੂੰ ਇਸ ਟਾਈਮ ਸੁਣ ਰਹੇ ਹੋ। ਕੁਛ ਹੀ ਸਮੇਂ ਪਹਿਲਾਂ ਪੰਜਾਬੀ ਰੇਡੀਓ USA ਦੇ ਦੁਆਰਾ ਪੰਜਾਬੀਆਂ ਦਾ ਸਭ ਤੋਂ ਪਾਵਰਫੁਲ ਸਟੇਸ਼ਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ। ਸੋ ਉਮੀਦ ਕਰਦੇ ਹਾਂ ਵੀ ਤੁਸੀਂ ਉਸ ਦੇ ਉੱਤੇ ਵੀ ਸਾਨੂੰ ਉੱਦਾਂ ਹੀ ਪਿਆਰ ਬਖਸ਼ੋਗੇ ਜਿੱਦਾਂ ਤੁਸੀਂ ਬਾਕੀ ਥਾਵਾਂ ਦੇ ਉੱਤੇ ਸਾਡੇ ਨਾਲ ਮੋਹ ਜਿਹੜਾ ਆ ਉਹ ਪਾ ਕੇ ਰੱਖਿਆ ਆ। ਸੋ ਅੱਜ ਦੀ ਜਿਹੜੀ ਗੱਲ ਆ, ਜੌਬਸ, ਲੇਆਫਸ, ਇਮੀਗ੍ਰੇਸ਼ਨ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਰਲਵੀਂ ਮਿਲਵੀਂ ਜਿਹੜੀ ਇਸ ਦੇ ਵਿੱਚ ਅੱਜ ਗੱਲਬਾਤ ਕਰਨੀ ਆ, ਕਿਉਂਕਿ ਜੁੜੀਆਂ ਨੇ ਸਾਰੀਆਂ ਇੱਕ ਦੂਜੇ ਦੇ ਨਾਲ ਗੱਲਾਂ ਇਹ ਜੁੜੀਆਂ ਨੇ। ਤੇ ਹੁਣ ਹੋ ਕੀ ਰਿਹਾ, ਜਿੱਦਾਂ ਤੁਸੀਂ H1 ਵਾਲਿਆਂ ਦਾ ਜਿਹੜਾ ਉਹ ਜ਼ਿਕਰ ਕੀਤਾ ਆ, ਲੇਆਫਸ ਧੜਾ-ਧੜ ਹੋ ਰਹੀਆਂ ਨੇ। ਆਲਦੋ ਗੱਲ ਇਹ ਆ ਵੀ ਕਿਸੇ ਨੂੰ ਅਜੇ ਸਪਸ਼ਟਤਾ ਨਹੀਂ ਆ ਵੀ ਆਰਥਿਕਤਾ ਕਿੱਧਰ ਨੂੰ ਜਾਣੀ ਆ, ਪਰ ਇਹ ਜਿਹੜੇ ਸੰਕੇਤ ਆ ਰਹੇ ਨੇ ਇਹ ਜਿਹੜੇ ਨੇੜਲੇ ਭਵਿੱਖ ਦੇ ਲਈ ਕੋਈ ਬਹੁਤੇ ਚੰਗੇ ਸੰਕੇਤ ਨਹੀਂ ਆ। 2 ਲੱਖ ਤੋਂ ਵੱਧ ਲੋਕਾਂ ਨੂੰ ਆਲਰੇਡੀ ਜਿਹੜਾ ਉਹ ਟੈਕ ਇੰਡਸਟਰੀ ਦੇ ਵਿੱਚ ਜਾਂ ਬਾਇਓਟੈਕ ਇੰਡਸਟਰੀ ਦੇ ਵਿੱਚ ਲੇ ਆਫ ਕਰ ਦਿੱਤਾ ਗਿਆ ਹੈਗਾ ਆ। ਠੀਕ ਹੈ। ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਮੁਲਾਜ਼ਮ ਉਹ ਨੇ ਜਿਹੜੇ H1 ਵਾਲੇ ਆ। ਠੀਕ ਹੈ। H1 ਇੱਕ ਐਸੀ ਕੈਟੇਗਰੀ ਆ ਨਾਨ ਇਮੀਗ੍ਰੈਂਟ ਵੀਜ਼ੇ ਦੀ, ਵੀ ਜਿਹੜੇ ਅਸਥਾਈ ਤੌਰ ਦੇ ਉੱਤੇ ਅਮਰੀਕਾ 'ਚ ਉਹਨਾਂ ਨੂੰ ਸੱਦਿਆ ਜਾਂਦਾ ਹੈ ਕੰਮਕਾਰ ਕਰਨ ਦੇ ਲਈ। ਠੀਕ ਹੈ। ਪਰ ਇੱਕ ਰਾਹ ਹੁੰਦਾ ਹੈ ਉਹਨਾਂ ਦੇ ਕੋਲ ਵੀ ਹਾਂ, ਜੇ ਤੁਸੀਂ ਉਹਦੇ ਉੱਤੇ ਕੰਟੀਨਿਊਸਲੀ ਇੰਨੇ ਸਾਲ ਕੰਮ ਕਰਦੇ ਰਹਿੰਦੇ ਆ ਤਾਂ ਇਵੈਂਚੁਅਲੀ ਤੁਹਾਨੂੰ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਪੱਕੇ ਹੋਣ ਦਾ ਜਾਂ ਗ੍ਰੀਨ ਕਾਰਡ ਮਿਲਣ ਦਾ ਮੌਕਾ ਉਸ ਦੇ ਜ਼ਰੀਏ ਮਿਲ ਜਾਂਦਾ ਆ। ਉਹ ਸਮਾਂ ਵੀ ਜਿਹੜਾ ਹੁਣ ਜ਼ਿਆਦਾ ਲੱਗਦਾ ਆ। ਅੱਜ ਆਪਾਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਉੱਤੇ ਨਹੀਂ ਗੱਲ ਕਰਦੇ, ਪਰ ਇਹ ਗੱਲ ਕਰਦੇ ਵੀ ਇੱਕ ਵਕਤ ਜਿਹੜਾ ਉਹ ਲੱਗ ਜਾਂਦਾ ਆ। ਬਹੁਤ ਸਾਰੇ ਆਪਣੇ ਜਿਹੜੀ ਕਮਿਊਨਿਟੀ ਦੇ ਭਾਈਚਾਰੇ ਦੇ ਜਿਹੜੇ ਨੌਜਵਾਨ ਨੇ, ਮੁੰਡੇ ਕੁੜੀਆਂ, ਉਹ H1 ਦੇ ਨਾਲ ਨੇ। ਆਪਾਂ ਮੁੰਡੇ ਕੁੜੀਆਂ ਇਸ ਲਈ ਕਹਿ ਦਿੰਦੇ ਵੀ ਕਾਲਜ ਚੋਂ ਨਿਕਲੇ ਆ, ਪਰ ਕਈਆਂ ਨੂੰ ਇੱਥੇ ਕੰਮ ਕਰਦੇ ਨੂੰ ਵੀ ਬਹੁਤ ਸਾਲ ਹੋ ਗਏ ਨੇ, ਅਜੇ ਵੀ H1 ਤੇ ਆ, ਅਜੇ ਗ੍ਰੀਨ ਕਾਰਡ ਉਹਨਾਂ ਦੇ ਆਉਣੇ ਆ ਜਾਂ ਨਹੀਂ ਆਏ। ਕਈਆਂ ਦੇ ਅਪਲਾਈ ਹੋਏ ਆ, ਕਈਆਂ ਦੇ ਨਹੀਂ ਹੋਏ, ਕਈ ਜਿਹੜੇ ਵਿੱਚ ਵਿਚਾਲੇ ਜਿਹੜੇ ਉਹ ਜਿਹੇ ਲਟਕ ਰਹੇ ਨੇ। ਹੁਣ ਕੀ ਹੋ ਰਿਹਾ ਆ ਪ੍ਰਵੀਨ, ਵੀ ਇਸ ਮਾਮਲੇ ਦੇ ਵਿੱਚ ਜਦੋਂ ਹੁਣ ਲੋਕ H1 ਦੇ ਲਈ ਜਾ ਕੇ ਉੱਥੋਂ ਆ ਰਹੇ ਨੇ, ਵਾਪਸ ਆ ਰਹੇ ਨੇ, ਖਾਸ ਕਰਕੇ ਜਾਂ ਜਿਨ੍ਹਾਂ ਨੇ ਉੱਥੇ ਜਾ ਕੇ ਸਟੈਂਪ ਲਵਾਉਣੀ ਆ। ਠੀਕ ਹੈ। ਵੀ ਹੁਣ ਜਦੋਂ ਜਿੱਦਾਂ ਕਿਸੇ ਦੀ ਕੰਪਨੀ ਚੇਂਜ ਹੋਈ, ਕੰਟਰੀ ਆਊਟ ਕਰਦੇ ਆ, ਜਦੋਂ ਕੰਪਨੀ ਚੇਂਜ ਹੁੰਦੀ ਆ ਤੇ ਉਹ ਵਾਪਸ ਉੱਥੇ ਆਉਂਦੇ ਆ, ਉੱਥੇ US ਦੀ ਐਮਬੈਸੀ ਦੇ ਵਿੱਚ ਜਾ ਰਹੇ ਆ। ਤਾਂ ਹੁਣ ਮੇਰੇ ਕੁਛ H1 ਵਾਲੇ ਜਿਹੜੇ ਫਰੈਂਡ ਆ ਉਹਨਾਂ ਦੇ ਨਾਲ ਗੱਲ ਹੋਈ, ਉਹ ਤਾਂ ਭਾਈ ਹੁਣ ਸਹਿਮੇ ਹੋਏ ਆ। ਜਿਹੜੇ ਤੇ ਪਹੁੰਚ ਗਏ ਉਹ ਕਹਿੰਦੇ ਵੀ ਰੱਬ ਦਾ ਸ਼ੁਕਰ ਆ ਵੀ ਸਾਨੂੰ ਅਮਰੀਕਾ ਨੇ ਆਉਣ ਦਿੱਤਾ, ਨਹੀਂ ਤਾਂ ਜਿਹੜੇ ਆ ਪਤਝੜ ਦੇ ਵਿੱਚ ਪੱਤਿਆਂ ਵਾਂਗੂ ਝੜਦੇ ਦੇਖ ਰਹੇ ਆ ਵੀ ਏਦਾਂ H1 ਕੈਂਸਲ ਕੀਤੇ ਜਾ ਰਹੇ ਆ। ਹੁਣ ਇਹਨਾਂ ਦੀ ਇਹ ਪਾਲਿਸੀ ਦੇ ਪਿੱਛੇ ਕਾਰਨ ਕੀ ਹੋ ਸਕਦੇ ਆ, ਇਹ ਵੀ ਆਪਾਂ ਨੂੰ ਸਮਝਣ ਦੀ ਨਾਲ ਦੇ ਨਾਲ ਇਸ 'ਚ ਜ਼ਰੂਰਤ ਹੈਗੀ ਆ। ਇੱਕ ਤਾਂ ਇਹ ਵੀ ਅਮਰੀਕਾ ਦੇ ਵਿੱਚ ਆਰਥਿਕ ਮੰਦੀ ਦੀ ਦਸਤਕ ਆ, ਵੀ ਉਹ ਕਹਿੰਦੇ ਵੀ ਭਾਈ ਕੰਪਨੀਆਂ ਦਾ ਲੇ ਆਫ ਕਰ ਰਹੀਆਂ, ਤੁਸੀਂ ਕਿੱਧਰ ਨੂੰ ਮੂੰਹ ਚੱਕਿਆ, ਵੀ ਤੁਹਾਨੂੰ ਜਿਹੜੀ ਅਜਿਹੀ ਕੀ ਲੋੜ ਆ। ਮੈਂ ਤੁਹਾਡੀ ਗੱਲ ਵਿਚਾਲੇ ਰੋਕਤੀ। ਇਹ ਜਿਹੜੀ H1B ਦੀ ਜਿਹੜੀ ਸਟੈਂਪਿੰਗ ਕਰਵਾਉਣ ਜਾਂਦੇ, ਕੰਟਰੀ ਆਊਟ ਕਰਦੇ ਆ, ਇਹ ਉਹਨਾਂ ਨੂੰ ਉੱਥੇ ਨਾ ਵੀ ਹੋ ਰਹੀ ਹੈ ਵੀਜ਼ੇ ਤੋਂ? ਜੀ ਬਿਲਕੁਲ। ਜੇ ਕਿਸੇ ਵੀ ਏਸ਼ੀਆਈ ਮੁਲਕ ਦੇ ਵਿੱਚ ਜਾਂਦੇ ਆ ਜਾਂ ਕਿਸੇ ਮੁਲਕ ਦੇ ਵਿੱਚ, ਜਿਹੜੇ ਵੀ ਮੁਲਕ ਦੇ ਵਿੱਚ ਜਾ ਰਹੇ ਆ, ਮੈਂ ਹੁਣ ਬਾਕੀ ਮੁਲਕਾਂ ਦਾ ਤਾਂ ਆਪਾਂ ਕਹਿ ਨਹੀਂ ਸਕਦੇ, ਪਰ ਭਾਰਤ ਵਿੱਚ ਜਿੱਥੇ ਜਿੱਥੇ ਕੁਝ ਸਾਡੇ ਜਿਹੜੇ ਮੇਰੇ ਫਰੈਂਡ ਆ ਜਿਨ੍ਹਾਂ ਨੇ ਅੱਖੀਂ ਉੱਥੇ ਦੇਖ ਕੇ ਮੈਨੂੰ ਦੱਸਿਆ ਆ, ਉਹ ਚੀਜ਼ ਜਿਹੜੀ ਉਹ ਆਪਾਂ ਦੱਸ ਸਕਦੇ ਆ ਵੀ ਉਹ ਉੱਥੇ ਇਹੀ ਚੀਜ਼ ਜਿਹੜੀ ਇਸ ਟਾਈਮ ਹੋ ਰਹੀ ਆ। ਹੁਣ ਇੱਥੇ ਜਦੋਂ ਨੌਕਰੀ ਇੱਥੇ ਕਰਦੇ ਨੇ ਲੋਕ H1 ਦੇ ਉੱਤੇ, ਉੱਥੇ ਵੀ ਕਈ ਤਰ੍ਹਾਂ ਦੇ ਝੋਲ ਨੇ। ਝੋਲ ਦਾ ਮਤਲਬ ਇਹ ਨਹੀਂ ਵੀ ਕੋਈ ਗਲਤ ਕੰਮ ਕਰ ਰਿਹਾ, ਪਰ ਜਿਹੜੀਆਂ ਐਮਬੈਸੀਆਂ ਜਾਂ ਕੰਪਨੀਆਂ ਆ, ਉਹ ਜਿਹੜੇ ਲੋਕਾਂ ਨੂੰ ਹਾਇਰ ਕਰਦੀਆਂ ਆ, ਉਹ ਕਹਿੰਦੀਆਂ ਵੀ ਅਸੀਂ ਸਿੱਧਾ ਆਪਣੀ ਕੰਪਨੀ ਥਰੂ ਹਾਇਰ ਨਹੀਂ ਕਰਨਾ, ਅਸੀਂ ਇੱਕ ਕੰਟਰੈਕਟਰ ਜਾਂ ਕੰਸਲਟੈਂਟ ਦੇ ਥਰੂ ਜਿਹੜਾ ਉਹਨੂੰ ਹਾਇਰ ਕਰਕੇ ਇੱਕ ਵਿਚਾਲੇ ਮਿਡਲ ਮੈਨ ਜਿਹੜਾ ਉਹ ਰੱਖ ਲੈਂਦੇ, ਜਿਹਦੇ ਕਰਕੇ ਕੰਸਲਟੈਂਸੀਜ਼ ਬਹੁਤ ਚੱਲਦੀਆਂ, ਕੰਟਰੈਕਟਰ ਵਾਲੇ ਉਹਨਾਂ ਦਾ ਕੰਮ ਬਹੁਤ ਚੱਲਦਾ, ਬੜਾ ਸੋਹਣਾ ਜਿਹੜਾ ਉਹ ਚੱਲ ਰਿਹਾ ਆ। ਹੁਣ ਜਿਹੜਾ ਮੇਰਾ ਫਰੈਂਡ ਆ, ਉਹ ਚੇਨਈ ਦੀ ਉੱਥੇ ਇੰਟਰਵਿਊ ਦੇ ਲਈ ਉੱਥੇ ਗਿਆ ਸੀਗਾ। ਤੇ ਉਹਨੇ ਜਿਹੜਾ ਉਹ ਦੱਸਿਆ, ਕਹਿੰਦਾ ਵੀ ਸਭ ਤੋਂ ਪਹਿਲਾ ਸਵਾਲ ਹੁਣ ਇਹ ਪੁੱਛਦੇ ਆ ਵੀ ਤੁਸੀਂ ਫੁੱਲ ਟਾਈਮ ਇੰਪਲਾਈ ਆ ਕਿ ਕੰਟਰੈਕਟਰ ਦੇ ਥਰੂ ਜਿਹੜਾ ਤੁਹਾਡਾ ਆ। ਤੇ ਕਹਿੰਦੇ 99% ਕੰਟਰੈਕਟਰ ਵਾਲਿਆਂ
ਦੇ H1 ਰੱਦ ਕੀਤੇ ਜਾ ਰਹੇ ਆ, ਉਹਨਾਂ ਨੂੰ ਨਾ ਜਿਹੜੀ ਉੱਥੇ ਉਹ ਹੋ ਰਹੀ ਹੈਗੀ ਆ। ਹੂੰ ਸੋ ਜਦ ਕਿ ਪਹਿਲਾਂ ਇਹ ਨਹੀਂ ਸੀਗਾ, ਇਦਾਂ ਮਤਲਬ ਨਹੀਂ ਸੀਗਾ। ਹਾਂਜੀ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਚੀਜ਼, ਹਾਇਰ ਕਰ ਲਿਆ ਤੁਸੀਂ ਹਾਂ, ਐਮਬੈਸੀ ਦੇ ਵਿੱਚ ਕੋਈ ਵੀ ਇੰਟਰਵਿਊ? ਕੰਪਨੀ ਤੁਹਾਨੂੰ ਇੱਥੇ ਹਾਇਰ ਹਾਂਜੀ ਕਰ ਰਹੀ ਹਾਂਜੀ ਆ, ਹੂੰ ਪਰ ਉਹ ਕਹਿੰਦੇ ਵੀ ਹੁਣ ਮਿਡਲ ਮੈਨ ਜਿਹੜਾ ਵਿੱਚ ਕਿਉਂ? ਉਹ ਅੱਛਾ ਇਹ ਦੇਖੋ ਇੰਨੇ ਸਾਲਾਂ ਤੋਂ ਚੱਲਦਾ ਰਿਹਾ, ਇਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਸੀਗੀ, ਹੂੰ ਪਰ ਇਹ ਹੋਣੀ ਕਿਉਂ? ਹੂੰ ਇਹਦੇ ਵਿੱਚ ਇੱਕ ਆਪਾਂ ਨੂੰ ਭੂਗੋਲਿਕ ਜੀਓਪੋਲਿਟੀਕਲ ਚੀਜ਼ ਵੀ ਸਮਝਣ ਦੀ ਜ਼ਰੂਰਤ ਆ। ਅੱਛਾ ਉਹ ਇਹਦੇ ਵਿੱਚ ਇਹ ਆ ਵੀ ਅਮਰੀਕਾ ਭਾਰਤ ਨੂੰ ਅੱਖਾਂ ਦਿਖਾ ਰਿਹਾ ਇਸ ਹੂੰ ਮਾਮਲੇ ਦੇ ਵਿੱਚ ਹੂੰ ਵੀ ਭਾਈ ਤੁਸੀਂ ਰੂਸ ਤੋਂ ਕਿਉਂ ਤੇਲ ਲੈਂਦੇ ਆ? ਠੀਕ ਆ ਜੀ ਯੂਕਰੇਨ ਦੀ ਮਦਦ ਕਰ ਰਿਹਾ ਪੂਰਾ ਵੈਸਟ, ਪੂਰਾ ਹੂੰ ਯੂਕੇ ਵਾਲੇ, ਹੂੰ ਸਾਰੀ ਦੁਨੀਆ ਭਰ ਦੇ ਮੁਲਕ ਉਹਨਾਂ ਨੂੰ ਕਰ ਰਹੇ ਆ ਵੀ ਤੁਸੀਂ ਭਾਈ ਰੂਸ ਨਾਲ ਕਿਉਂ ਖੜੇ ਆ? ਜੀ ਜਿੱਥੇ ਉਹ ਉਧਰਲੇ ਜਿਹੜੇ ਮੰਤਰੀ ਕਹਿੰਦੇ ਨੇ ਵੀ ਭਾਈ ਸਾਨੂੰ ਸਸਤਾ ਤੇਲ ਮਿਲਦਾ, ਅਸੀਂ ਲੈਂਦੇ ਆ, ਹਾਂਜੀ ਨੇ ਠੀਕ ਆ ਫਿਰ ਲਓ। ਹੂੰ ਤੇ ਹੁਣ ਉਹ ਕੀ ਕਰ ਰਹੇ ਆ? ਹੁਣ ਪਰ ਇੱਕ ਤੇਲ ਅਸੀਂ ਦੇਵਾਂਗੇ ਇੱਕ ਜਿਹੜੀ ਬਾਂਹ ਜਿਹੜੀ ਕਹਿੰਦੇ ਹੁਣ ਅਸੀਂ ਵੀ ਮਰੋੜ ਲੈਂਦੇ ਆ। ਹਾਂਜੀ ਹੁਣ ਇਸ ਨੂੰ ਇਸ ਤਰੀਕੇ ਨਾਲ ਵੀ ਆਪਾਂ ਜੋੜ ਕੇ ਜਿਹੜਾ ਉਹ ਦੇਖ ਸਕਦੇ ਆ ਪ੍ਰਵੀਨ, ਵੀ ਹੂੰ ਇਹ ਇੱਕ ਆਰਮ ਟਵਿਸਟਿੰਗ ਹੁੰਦੀ ਆ। ਇਹ ਜਿਹੜੇ ਹੂੰ, ਹੂੰ। ਕੂਟਨੀਤਿਕ ਜਦੋਂ ਮੁਲਕ ਲੜਦੇ ਨੇ ਜੀ ਤਾਂ ਉਹਨਾਂ ਦੇ ਵਿੱਚ ਕਈ ਹੂੰ। ਜਿਹੜੇ ਵਿਚਾਰੇ ਗਾਜ ਡਿੱਗਦੀ ਆ। ਅਣਜਾਣ ਨੇ ਜਾਂ ਜਿਨ੍ਹਾਂ ਹੂੰ। ਨੂੰ ਪਤਾ ਨਹੀਂ ਆ, ਜੀ ਉਹਨਾਂ ਦੇ ਉੱਤੇ ਇਹ ਗਾਜ ਇਸ ਤਰੀਕੇ ਦੇ ਨਾਲ ਡਿੱਗ ਸਕਦੀ ਹੈਗੀ ਆ। ਫਿਰ ਇਹੀ ਨਹੀਂ, ਉਸ ਮੁੰਡੇ ਨੇ ਜਿਹੜਾ ਕਹਿੰਦਾ ਵੀ 2 ਘੰਟੇ ਮੇਰੀ ਉੱਥੇ ਉਹਨਾਂ ਨੇ ਇੰਟਰਵਿਊ ਕੀਤੀ, ਜੀ 8 ਸਾਲ ਦੇ ਐਕਸਪੀਰੀਅੰਸ ਵਾਲਾ ਮੁੰਡਾ, ਹੂੰ H1 ਦੇ ਉੱਤੇ ਆ, ਕਈ ਠੀਕ ਹੈ। ਕੰਪਨੀਆਂ ਦੇ ਲਈ ਕੰਮ ਕਰ ਚੁੱਕਾ। ਜੀ ਲੱਕ ਸੀਗੀ ਵੀ ਇਸ ਵਾਰ ਉਹਦੀ ਡਾਇਰੈਕਟ ਸੀ, ਕੰਟਰੈਕਟਰ ਥਰੂ ਵੀ ਕੰਮ ਕਰਦਾ ਰਿਹਾ, ਪਰ ਇਸ ਹੂੰ। ਵਾਰ ਡਾਇਰੈਕਟ ਜਿਹੜੀ ਆ ਹੂੰ। EMPLOYMENT ਸੀਗੀ ਉਸ ਕੰਪਨੀ ਦੇ ਥਰੂ। ਹੂੰ 2-3 ਚੀਜ਼ਾਂ ਉਹਨੇ ਹੋਰ ਦੱਸੀਆਂ, 40 ਤੋਂ ਘੱਟ ਨੇ EMPLOYE ਤੇ ਅੱਛਾ ਤਾਂ ਵੀ ਨਾ ਕਰੀ ਜਾ ਰਹੇ ਉਹ ਕਹਿੰਦਾ। ਜੀ ਜੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਜਦੋਂ ਕਰਕੇ ਐਕਸਪੀਰੀਅੰਸ ਹੂੰ। ਕਹਿੰਦਾ ਵੀ ਅੱਛਾ ਆਹ ਡਿਗਰੀ ਕੀਤੀ ਤੂੰ ਉੱਥੇ, ਦਿਖਾਓ GPA ਹੂੰ ਕੱਢੋ, ਮਾਰਕ ਸ਼ੀਟ ਦਿਖਾਓ, ਹਾਂ ਆਹ ਵਾਲੀ ਵੀ ਕੀਤੀ ਆ, ਇਹ ਵੀ ਦਿਖਾਓ, ਜੀ ਵੀ ਕਿਤੇ ਐਵੇਂ ਹੀ ਤਾਂ ਨਹੀਂ ਮਾਰੀ ਜਾਂਦੇ, ਕਿਤੇ ਝੂਠ ਨਹੀਂ। ਸੋ ਮਤਲਬ ਬੇਸਿਕਲੀ ਉਹ ਇੰਨੀ ਜ਼ਿਆਦਾ ਪੜਤਾਲ ਕਰਨ ਦਾ ਮਤਲਬ ਇਹ ਆ, ਜੀ ਬਹਾਨਾ ਲੱਭ ਰਹੇ ਵੀ ਕਿੱਦਾਂ ਬੰਦੇ ਨੂੰ ਨਾ ਕੀਤੀ ਜਾ ਸਕੇ। ਹੂੰ ਸੋ ਉਹਨਾਂ ਦੀ ਕੋਸ਼ਿਸ਼ ਇਹ ਆ ਵੀ ਵੱਧ ਤੋਂ ਵੱਧ, ਹਾਂ, ਹਾਂਜੀ ਵੱਧ ਤੋਂ ਵੱਧ ਰਿਜੈਕਟ ਕਰਨ ਦਾ ਉਹਨਾਂ ਨੂੰ ਜਿਹੜਾ ਉਹ ਮੌਕਾ ਜਿਹੜਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਇਸ ਚੀਜ਼ ਦੇ ਵਿੱਚ ਉਹ ਕਰ ਰਹੇ ਆ। H1 ਵਾਲੇ ਦੇਖੋ ਆਉਂਦੇ ਨੇ ਇੱਥੇ ਕੰਮ ਕਰਦੇ ਨੇ, ਕੋਈ ਇਹਨੂੰ ਜੀਨੀਅਸ ਵੀਜ਼ਾ ਕਹਿੰਦਾ ਆ, ਕੋਈ ਕਿਸੇ ਤਰੀਕੇ ਨਾਲ ਕਹਿੰਦਾ ਆ ਵੀ ਕਹਿੰਦੇ ਵੀ ਜੇ ਨਾ ਹੋਵੇ ਤਾਂ ਅਮਰੀਕਾ ਦਾ ਜਿਹੜਾ ਉਹ ਕੰਮ ਨਾ ਚੱਲੇ, ਕਿਉਂਕਿ ਇੱਥੋਂ ਦੇ ਜਿਹੜੇ ਇੱਥੋਂ ਦੇ ਲੋਕ ਨੇ ਜਾਂ ਇੱਥੋਂ ਦੇ ਨੌਜਵਾਨ ਆ, ਉਹ ਇਦਾਂ ਦੇ ਜਿਹੜੀਆਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਵਾਲੇ ਪਾਸੇ ਘੱਟ ਜਾਂਦੇ ਆ। ਜੀ ਸੋ ਇਹਨਾਂ ਨੂੰ ਬਾਹਰੋਂ ਬੰਦੇ ਜਿਹੜੇ ਸੱਦ ਕੇ ਇਹਨਾਂ ਕੰਪਨੀਆਂ ਨੂੰ ਜਿਹੜੇ ਉਹ Hire ਕੰਮ ਕਰਦੇ। ਕਰਵਾਉਣਾ ਪੈਂਦਾ ਆ, ਹੂੰ ਉਹ ਕਰਦੇ ਨੇ। ਪਰ ਇਹ ਇੱਥੇ ਇੱਕ ਡਰ ਵਾਲਾ ਜਿਹੜਾ ਮਾਹੌਲ ਆ, ਉਹ ਸਹਿਮ ਵਾਲਾ ਮਾਹੌਲ ਜੀ ਬਣਿਆ ਪਿਆ ਆ। ਕਈ ਵਾਰੀ ਕੀ ਹੁੰਦਾ ਹੈ ਨਾ ਵੀ ਤੁਸੀਂ ਕਿਤੇ ਜਾਣਾ ਆਉਣਾ ਹੁੰਦਾ ਆ ਹੂੰ ਤਾਂ ਉਹ ਟਾਈਮਿੰਗ ਬਹੁਤ ਮੈਟਰ ਕਰਦੀ ਆ। ਟਾਈਮਿੰਗ ਬਿਲਕੁਲ ਹੁਣ ਕੋਈ ਜਿਹੜੇ H1 ਵਾਲੇ ਜਾ ਰਹੇ ਹੋਣਗੇ ਜਾਂ ਸੋਚ ਰਹੇ ਆ ਵੀ ਭਾਈ ਜਾਣਾ ਆ, ਹੂੰ ਉਹ 2-3 ਵਾਰੀ ਸੋਚਦੇ ਆ ਵੀ ਜਾਈਏ ਨਾ ਜਾਈਏ, ਜੀ ਉਧਰੋਂ ਆਉਣ ਦੇਣਗੇ ਕਿ ਨਹੀਂ ਆਉਣ ਦੇਣਗੇ। ਹਾਂਜੀ ਇਹ ਸੋਚਣਾ ਜਾਇਜ਼ ਆ ਹੂੰ ਤੇ ਸੋਚਣਾ ਵੀ ਚਾਹੀਦਾ ਆ, ਕਿਉਂਕਿ ਜੀ। ਸਮਾਂ ਕਦੋਂ ਬਦਲ ਜਾਵੇ ਇਸ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ। ਨਹੀਂ ਲੱਗਦਾ ਇਹ ਅਚਨਚੇਤੇ ਜਿਹੜੀਆਂ ਆ ਇਹ ਚੀਜ਼ਾਂ ਜਿਹੜੀਆਂ ਉਹ ਮੋਹਰੇ ਆ ਜਾਂਦੀਆਂ ਆ। ਹੂੰ। ਬੇ ਏਰੀਏ ਦੇ ਵਿੱਚ ਜਿਹੜੇ 1170 ਦੇ ਉੱਤੇ ਸੁਣ ਰਹੇ ਬਹੁਤ ਸਾਰੇ ਜਿਹੜੇ H1 ਦੇ ਨਾਲ ਸੰਬੰਧਿਤ ਹਾਂਜੀ, ਲੋਕਾਂ ਨੂੰ ਜਿਹੜੇ ਉਹ ਜਾਣਦੇ ਆ। ਹੂੰ, ਇਹ ਨਹੀਂ ਵੀ ਹੋਰ ਥਾਵਾਂ ਤੇ ਨਹੀਂ, ਹੂੰ, ਹੋਰ ਥਾਵਾਂ ਤੇ ਵੀ ਆ, ਭਈ ਉਹਨਾਂ ਦੇ ਨਾਲ ਜ਼ਰੂਰ ਇਹ ਚੀਜ਼ ਜਿਹੜੀ ਉਹ ਸ਼ੇਅਰ ਕਰੋ। ਜੀ, ਇਹ ਲਾਈਕ ਫਸਟ ਹੈਂਡ ਜਿਹੜੀ ਜੀ, ਨੌਲੇਜ ਜੀ ਜਿਸ ਮੁੰਡੇ ਦੇ ਨਾਲ ਇਹ ਹੋਇਆ, ਉਹ ਹੋਇਆ। ਆਪਣੇ ਪਰਿਵਾਰ ਦੇ ਨਾਲ ਸੀ, ਵਾਈਫ ਸੀ, ਛੋਟਾ ਉਹਦੇ ਨਾਲ ਬੱਚਾ ਬੇਬੀ ਸੀਗਾ, ਬੇਬੀ ਸੀਗਾ। ਹੂੰ, ਸੋ ਉਹ ਜਿਹੜੇ ਉਹ ਆ ਰਹੇ ਸੀਗੇ ਤੇ ਇਹ ਜਿਹੜੀ ਸਥਿਤੀ ਬਣੀ। ਇੱਕ ਤਾਂ ਉੱਥੇ ਕਹਿੰਦੇ ਵੀ ਜਦੋਂ H1 ਦਾ ਵੀਜ਼ਾ ਲੱਗਾ ਉਦੋਂ ਹਾਂਜੀ ਪੂਰੀ ਗ੍ਰਿਲਿੰਗ ਹੋਈ, ਠੀਕ ਹੈ ਤੇ ਫਿਰ ਜਦੋਂ ਹੁਣ ਇੱਥੇ ਆ ਗਏ ਉੱਥੇ ਹਾਂਜੀ। ਉਹਨਾਂ ਨੇ ਸਟੈਂਪ ਲਾਤੀ, ਹੂੰ, ਗੁੱਡ ਹੋ ਗਿਆ, ਆ ਗਿਆ, ਪਾਰ ਹੋ ਗਿਆ, ਹੂੰ, ਤੇ ਇੱਥੇ ਆ ਕੇ ਵੀ ਸੈਕੰਡਰੀ ਸਕਰੀਨਿੰਗ ਚ ਪਾ ਲਿਆ। ਜੀ ਫਿਰ ਅੱਛਾ ਉੱਥੇ ਵੀ ਇਹੀ ਮਸਲਾ, ਕੱਢੋ ਓਹ, ਕਿਤਾਬਾਂ, ਹਾਂਜੀ ਕੱਢੋ ਜੀ, ਦੱਸੋ ਜੀ ਕੱਢੋ ਕਿੱਦਾਂ ਆ, certificate, ਕੀ ਹਾਂ। ਆ, ਦਿਖਾਓ ਕਿੱਥੇ ਕੱਢੋ। ਕੰਮ ਕਰਦੇ ਰਹੇ ਆ, ਹਾਂਜੀ। ਕੀ ਆ, ਕਿਵੇਂ ਆ। ਸੋ ਪੂਰੀ ਜਿਹੜੀ ਉਹ ਘੋਖ ਜਿਹੜੀ ਇਸ ਟਾਈਮ ਕਰ ਰਹੇ ਆ ਕੰਮ, ਉਹਨਾਂ ਨੇ ਤਿੱਖਾ ਜਿਹੜਾ ਇਸ ਚੀਜ਼ ਦੇ ਵਿੱਚ ਰੱਖਿਆ ਹੈਗਾ। ਵਿਜ਼ਟਰ ਵੀਜ਼ੇ ਦਾ ਆਪਾਂ ਨੂੰ ਆਲਰੇਡੀ ਪਤਾ ਆ, ਬਹੁਤ ਲੰਬੀ 500 ਦਿਨ ਦਾ 600 ਦਿਨ 600 ਦਿਨ, ਪਹਿਲਾਂ ਹਾਂ। 800 ਸੀ, ਫਿਰ 500 ਹੋਇਆ, ਹੁਣ ਫਿਰ ਹਾਂ, 600 ਫਿਰ ਜਿਹੜਾ 600 ਹੋ ਗਿਆ, ਹਾਂਜੀ। ਜਿਹੜਾ ਉਹ ਚੀਜ਼ ਹੋਇਆ। ਅਜੇ ਦਿਨ ਹੂੰ। ਰਾਤ ਕਹਿੰਦੇ ਵੀ ਕੰਮ ਕਰ ਰਹੇ ਆ, ਐਮਬੈਸੀ ਵਾਲਿਆਂ ਦਾ ਬਿਆਨ ਹੂੰ। ਆਇਆ ਸੀਗਾ ਜੀ ਜੀ ਵੀ ਅਸੀਂ ਬਹੁਤ ਤੇਜ਼ੀ ਦੇ ਨਾਲ ਕਰ ਰਹੇ ਆ। ਹੂੰ, ਇਸ ਮਾਮਲੇ ਦੇ ਵਿੱਚ ਇਹਨਾਂ ਨੇ ਥੋੜੀ ਜਿਹੀ ਜਿਹੜੀ ਆਰਮ ਟਵਿਸਟ ਆ ਅੱਛਾ ਉਹ ਇੰਡੀਆ ਵਾਲਿਆਂ ਦੀ ਖਾਸ ਕਰਕੇ ਇੱਥੇ ਜਿਹੜੀ ਉਹ ਕੀਤੀ ਹੈਗੀ ਆ। ਜੀ ਸੋ ਇਹ ਜਦ ਕਿ ਦੇਖਣਾ ਕੀ ਪਹਿਲਾਂ ਵੀ ਰਾਜਕਨਵੀਰ ਸਿੰਘ ਜੀ ਅਜਿਹਾ ਹੀ ਹੁੰਦਾ ਸੀਗਾ ਕਿ ਜਦੋਂ ਵੀਜ਼ਾ ਗ੍ਰਾਂਟ ਤੁਹਾਨੂੰ ਹੋ ਗਿਆ ਇੱਕ ਵਾਰੀ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਇੱਕ ਅਮਰੀਕਾ ਦੇ ਵਿੱਚ ਐਂਟਰੀ ਕਰਦੇ ਆ, ਉਦੋਂ ਤੁਹਾਡੇ ਤੋਂ ਇੱਕ ਨਾਰਮਲ ਸਵਾਲ ਤਾਂ ਪੁੱਛੇ ਜਾਂਦੇ ਸੀ ਕਿ ਤੁਹਾਡਾ ਵੀਜ਼ਾ ਕਿਹੜੀ ਕੈਟਾਗਰੀ ਦਾ ਹੈ, ਕੀ ਤੁਸੀਂ ਕਰਦੇ ਹੋ,
ਪਰ ਇਸ ਤਰ੍ਹਾਂ ਦਾ ਤਾਂ ਨਹੀਂ ਸੀਗਾ ਪਹਿਲਾਂ ਪ੍ਰੋਸੈਸ, ਇੰਨਾ ਸ਼ਾਇਦ ਤਿੱਖਾ ਨਹੀਂ ਸੀਗਾ। ਤਿੱਖਾ ਨਹੀਂ ਕਈ ਸੀਗਾ। ਕਿਸੇ ਮੈਂ ਵੀ ਨਹੀਂ ਕਹਿ ਸਕਦਾ ਵੀ ਬਿਲਕੁਲ ਨਹੀਂ ਸੀ ਹੁੰਦਾ, ਹੁੰਦਾ ਸੀ ਹਾਂਜੀ, ਕਈਆਂ ਦੇ ਨਾਲ, ਜਿਨ੍ਹਾਂ ਦੇ ਉੱਤੇ ਪੁੱਛ ਪੜਤਾਲ ਦੇਖੋ ਕੰਪਨੀ ਉਹਨਾਂ ਬਾਰੇ, ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਤੇ ਸ਼ੱਕ ਹੁੰਦਾ ਸੀ ਉਹਨਾਂ ਨੇ ਆਪਣੀ ਪੜਤਾਲ ਕਰਨੀ ਹੋਈ ਕਰਨੀ। ਜੀ, ਉਹਨਾਂ ਦਾ ਰੋਜ਼ ਦਾ ਕੰਮ ਆ, ਉਹਨਾਂ ਨੂੰ ਪਤਾ ਹੈ ਵੀ ਕਿਹੜਾ ਕਿੱਦਾਂ ਹੈ, ਕਿੱਦਾਂ ਕਿਵੇਂ, ਉਹ ਹਾਵ ਭਾਵ ਤੋਂ ਜਿਹੜਾ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਜਾਣ ਲੈਂਦੇ ਆ। ਤੇ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਫਰਕ ਪੈ ਜਾਂਦਾ ਆ। ਹੁਣ ਉਸ ਟਾਈਮ ਦੇ ਉੱਤੇ ਕਿਸੇ ਦਾ ਆਉਣਾ ਜਾਣਾ, ਜਦੋਂ ਮਾਹੌਲ ਜਾਂ ਮੁਲਕਾਂ ਦੇ ਵਿੱਚ ਤਣਾਅ ਜਿਹੜਾ ਉਹ ਵਧਿਆ ਹੋਵੇ, ਉਦੋਂ ਮੁਸ਼ਕਿਲ ਆ। ਹੁਣ ਇਦਾਂ ਹੀ ਹੋਇਆ ਸੀ, ਆਪਣੇ ਅਟਰਨੀ ਟਿਰਕਿਆਨਾ ਉਹਨਾਂ ਨੇ ਆਪਾਂ ਨੂੰ ਇਮੀਗ੍ਰੇਸ਼ਨ ਵਾਲੇ ਸ਼ੋਅ ਦੇ ਵਿੱਚ ਦੱਸਿਆ ਹੀ ਸੀਗਾ ਵੀ ਈਰਾਨ ਦੇ ਨਾਲ ਸੰਧੀ ਸੀਗੀ ਅਮਰੀਕਾ ਦੀ, ਜਦੋਂ ਪਿਛਲਾ ਪ੍ਰਸ਼ਾਸਨ ਸੀ ਓਬਾਮਾ ਹੋਣਾ ਦਾ, ਉਹਨਾਂ ਨੇ ਕੀਤਾ। ਟਰੰਪ ਹੁਣੀ ਆਏ, ਉਹਨਾਂ ਨੇ ਰੱਦ ਕਰਤੀ। ਜਿਹੜੇ ਬੰਦੇ ਇੱਥੇ ਪੱਕੇ ਸੀ $1 ਮਿਲੀਅਨ ਦੇ ਜਿਨ੍ਹਾਂ ਦੇ ਬਿਜ਼ਨਸ ਸੀਗੇ, ਉਹਨਾਂ ਨੂੰ ਫਿਰ ਕੌੜੀਆਂ ਦੇ ਭਾਅ ਵੇਚ ਕੇ ਜਾਣਾ ਪਿਆ, ਕਹਿੰਦੇ ਵੀ ਤੁਹਾਡਾ ਸਭ ਕੁਝ ਰੱਦ, ਚਲੋ ਜੀ ਚਲੀਏ। ਸੋ ਇਹ ਇਮੀਗ੍ਰੇਸ਼ਨ ਦੇ ਵਿੱਚ ਤਾਂ ਇਦਾਂ ਆ, ਪਾਲਿਸੀ ਦੇ ਉੱਤੇ ਡਿਪੈਂਡ ਆ, ਕੌਣ ਸ਼ਾਸਕ ਆ, ਕੀ ਉਹਨਾਂ ਦੀਆਂ ਪਾਲਿਸੀਜ਼ ਆ, ਕੀ ਉਹਨਾਂ ਦੀ ਵਿਚਾਰਧਾਰਾ ਹੈ, ਉਸ ਦੇ ਉੱਤੇ ਜਿਹੜਾ ਉਹ ਡਿਪੈਂਡ ਕਰਦਾ ਹੁੰਦਾ ਆ। ਬਾਕੀ ਲੇ-ਆਫਸ ਦਾ ਸਿਲਸਿਲਾ ਪ੍ਰਵੀਨ ਲਗਾਤਾਰ ਜਾਰੀ ਆ, ਉਹ ਚੱਲ ਰਿਹਾ ਆ। ਹਰ ਇੱਕ ਛੋਟੀ ਤੋਂ ਵੱਡੀ ਕੰਪਨੀ ਜਿਹੜੀ ਉਹ ਲੇ-ਆਫਸ ਕਰ ਰਹੀ ਆ, ਚਾਹੇ ਜੇ ਕੋਈ ਸਟਾਰਟਅਪਸ ਦੇ ਵਿੱਚ ਕੰਮ ਕਰ ਰਿਹਾ ਆ, ਉਹਨਾਂ ਦੀ ਕਈਆਂ ਦੀ ਫੰਡਿੰਗ ਰੁਕੀ ਪਈ ਆ, ਹੋ ਸਕਦਾ ਉਹ ਬੰਦ ਵੀ ਹੋ ਜਾਣ, ਜਾਂ ਹੋ ਸਕਦਾ ਉਹਨਾਂ ਨੂੰ ਜਿਹੜੀ ਆ ਪੇ ਕੱਟ ਕਰਕੇ ਜਿਹੜਾ ਉਹ ਕੰਮ ਕਰਨਾ ਚੱਲਦਾ ਜਿਹੜਾ ਉਹ ਰੱਖਣਾ ਪੈਣਾ ਆ। ਇੱਥੇ ਹੁਣ ਇਹ ਆ ਵੀ ਕੰਪਨੀ ਦੀ ਤੇ ਇੰਪਲਾਈ ਦੀ ਦੋਨਾਂ ਦੀ ਭਲਾਈ ਇਹਦੇ ਵਿੱਚ ਆ ਵੀ ਕੰਮ ਚੱਲਦਾ ਰਵੇ, ਤੁਹਾਡਾ ਵੀ ਵੀਜ਼ਾ ਜਿਹੜਾ ਉਹ ਬਰਕਰਾਰ ਰਹਿੰਦਾ ਆ। ਕਿਉਂਕਿ H1 ਦੇ ਲਈ ਇੱਕ ਹੋਰ ਵੀ ਨਾਲ ਦੀ ਆ ਨਾ ਕੰਡੀਸ਼ਨ ਇਹ ਆ ਵੀ ਜੇ ਤੁਹਾਨੂੰ ਲੇ ਆਫ ਹੋ ਜਾਂਦੇ ਆ, ਜਦੋਂ ਤੁਹਾਡੀ ਲੇ ਆਫ ਸ਼ੁਰੂ ਹੁੰਦੀ ਆ ਜਿਸ ਦਿਨ ਤੋਂ, ਉਸ ਤੋਂ 60 ਦਿਨਾਂ ਦੇ ਵਿੱਚ ਜਿਹੜੀ ਜੌਬ ਜੇ ਤੁਹਾਨੂੰ ਨਹੀਂ ਮਿਲਦੀ ਤਾਂ ਫਿਰ ਬੜਾ ਔਖਾ ਹੋ ਜਾਂਦਾ। ਫਿਰ ਤੁਹਾਨੂੰ ਜਾਣਾ ਹੀ ਪੈਂਦਾ ਛੱਡ ਕੇ। ਫਿਰ ਤੁਹਾਨੂੰ ਕੋਈ ਹੋਰ ਦੇਖਣਾ ਪਊਗਾ ਵੀ ਕੁਝ ਕਰ ਸਕਦੇ ਆ ਕਿ ਨਹੀਂ, ਵੀ ਕੀ ਜਿਹੜੇ ਉਹ ਰਾਹ ਹੋ ਸਕਦੇ, ਕੀ ਅਲਟਰਨੇਟ ਜਿਹੜੇ ਉਹ ਹੋਰ ਹੋ ਸਕਦੇ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਹੈ, ਇਹਦਾ ਮਤਲਬ ਇਹ ਨਾ ਸਮਝਿਆ ਜਾਵੇ ਵੀ ਸਿਰਫ H1 ਵਾਲਿਆਂ ਨੂੰ ਹੀ ਮੇਬੀ ਉਹ ਪੇਪਰ ਵਰਕ ਦੇ ਵਿੱਚ ਤੰਗ ਜਿਹੜਾ ਉਹ ਕਰਨਗੇ। ਤੰਗ ਨਹੀਂ ਵੀ ਜ਼ਿਆਦਾ ਜਿਹੜਾ ਉਹਦੇ ਵਿੱਚ ਤੁਹਾਨੂੰ ਜਿਹੜਾ ਉਹ ਪੁੱਛਗਿੱਛ ਕਰਨਗੇ। ਇਹ ਹੋ ਸਕਦਾ ਵੀ ਜਿਹੜੇ ਵਿਜ਼ਟਰ ਵੀਜ਼ੇ ਤੇ ਆ ਰਹੇ ਉਹਨਾਂ ਦੇ ਨਾਲ ਵੀ ਇਦਾਂ ਹੋਵੇ, ਤੇ ਜਾਂ ਜਿਹੜੇ ਆ ਉਦਾਂ ਜਿਹੜੇ ਰੈਗੂਲਰ ਇਮੀਗ੍ਰੈਂਟ ਹੋ ਕੇ ਵੀ ਜਿਹੜੇ ਉਹ ਆ ਰਹੇ ਆ ਉਹਨਾਂ ਦੇ ਨਾਲ ਵੀ। ਦੋ ਚੀਜ਼ਾਂ ਰਾਜਕਰਮਵੀਰ ਸਿੰਘ ਜੀ ਬੜੀਆਂ ਅਹਿਮੀਅਤ ਰੱਖਦੀਆਂ। ਪਹਿਲੀ, ਕਰੰਟ ਸਿਚੁਏਸ਼ਨ ਜਿਵੇਂ ਲੇ ਆਫਸ ਹੋ ਰਹੀਆਂ ਨੇ। ਦੂਜਾ, ਜਿਹੜੀ ਜੀਓ ਪੋਲਿਟਿਕਸ, ਜਿਵੇਂ ਤੁਸੀਂ ਰੂਸ ਤੋਂ ਭਾਰਤ ਦਾ ਤੇਲ ਖਰੀਦਣ ਵਾਲਾ, ਤੇ ਅਮਰੀਕਾ ਨੇ ਫਿਰ ਅੱਖਾਂ ਦਿਖਾਉਣੀਆਂ ਸੀ, ਤੇਲ ਦੇਣਾ ਹੀ ਸੀ ਆਪਣੇ ਨੂੰ ਜਿੰਨਾ ਕਿ ਦੇ ਸਕਦੇ ਆ। ਸੋ ਇਹ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਤੁਸੀਂ ਗੱਲ ਕਹੀ ਹੈ, ਵਾਕਈ ਕਈ ਚੀਜ਼ਾਂ ਤੇ ਆਧਾਰਿਤ ਹੁੰਦੀ ਹੈ ਕਿ ਮੌਜੂਦਾ ਦੇਸ਼ ਨਾਲ ਸੰਬੰਧ ਕਿਹੋ ਜਿਹੇ ਨੇ, ਤੇ ਅੱਗੇ ਉਹਨਾਂ ਨੇ ਸਟੈਪ ਕੀ ਚੁੱਕਣੇ ਨੇ, ਕੂਟਨੀਤਿਕ ਤੌਰ ਤੇ ਕੀ ਡਰ ਦਿਖਾਉਣਾ, ਕੀ ਦਿਖਾਉਣਾ। ਤੇ ਪਲੱਸ ਜਿਹੜੀਆਂ ਇੱਧਰੋਂ ਲੇ ਆਫਸ ਹੋ ਰਹੀਆਂ ਨੇ, ਉਹ ਇੱਕ ਤਰੀਕੇ ਨਾਲ ਬਲਦੀ ਤੇ ਤੇਲ ਪਾਉਣ ਵਾਲਾ ਹੀ ਕੰਮ ਆ। ਕਿਉਂਕਿ ਇੱਕ ਪਾਸੇ ਸਿਚੁਏਸ਼ਨ ਦੋਨਾਂ ਦੇਸ਼ਾਂ ਦੀ ਹੈ, ਉਹ ਤਾਂ ਥੋੜੀ ਜਿਹੀ ਹੈਗੀ ਹੈ ਡਾਵਾਡੋਲ, ਪਰ ਦੂਜੇ ਪਾਸੇ ਜਿਹੜੀ ਇੱਧਰ ਬਣੀ ਖੜੀ ਹੈ ਉਹ ਵਰਸ ਹੁੰਦੀ ਜਾ ਰਹੀ। ਤੇ ਜਿਵੇਂ ਜਿਵੇਂ ਉਹ ਹੋਊਗੀ ਅੱਗੇ ਤੇ ਹੋ ਸਕਦਾ ਕੁਝ ਚੇਂਜਸ ਵੀ ਆਪਾਂ ਨੂੰ ਨਜ਼ਰ ਆਉਣ, ਜਾਂ ਹੋ ਸਕਦਾ ਕੁਝ ਇਸ ਤਰ੍ਹਾਂ ਦੇ ਹੋਰ ਸ਼ਿਕੰਜਾ ਕੱਸਣ ਵਾਲੀਆਂ ਚੀਜ਼ਾਂ ਵੀ ਆਪਾਂ ਨੂੰ ਦਿਖਣ ਉਹਦੇ ਵਿੱਚ। ਪ੍ਰਵੀਨ, ਤੁਸੀਂ ਫੇਸਬੁੱਕ ਤੇ ਜਾਓ ਜਾਂ ਬਹੁਤ ਸਾਰੇ ਹੋਰ ਪੋਰਟਲਸ ਬਣੇ ਆ H1B ਵਾਲੇ ਜਿਹੜੇ ਆ, ਉਹ ਇਸ ਟਾਈਮ ਉਹਨਾਂ ਦਾ ਬਹੁਤ ਬੁਰਾ ਹਾਲ ਆ। ਠੀਕ ਹੈ। ਸੋ ਕਈਆਂ ਨੇ ਹੁਣ ਦੇਖੋ ਵੀ ਮੰਨ ਲਓ ਇਦਾਂ ਆ ਰਿਹਾ ਹੋਰ ਕੋਈ, ਚਲੋ ਮੈਂ H1 ਦੀ ਆਪਾਂ ਗੱਲ ਕਰ ਰਹੇ ਹਾਂ ਅੱਜ। ਕਿਸੇ ਨੇ ਇੱਥੇ ਘਰ ਲਿਆ ਹੋ ਸਕਦਾ, ਕਿਸੇ ਦੇ ਲੋਨ ਹੋ ਸਕਦਾ, ਕਿਸੇ ਦੀਆਂ ਹੋਰ ਐਸੈਟਸ ਇੱਥੇ ਜਿਹੜੀ ਉਹ ਹੋ ਸਕਦੇ ਆ, ਅਪਾਰਟਮੈਂਟਾਂ ਵਗੈਰਾ ਆ, ਭਾਈ ਤੁਹਾਨੂੰ ਉੱਥੋਂ ਹੀ ਮੋੜ ਦੇਣ ਵਾਪਸ, ਰੱਦ ਕਰ ਦੇਣ। ਤੁਹਾਡੀ ਦੁਨੀਆ ਤੇ ਪੂਰੀ ਜਿਹੜੀ ਤਰਥੱਲੀ ਮਚ ਗਈ, ਉਹ 'ਚ ਭੁਚਾਲ ਹੀ ਜਿਹੜਾ ਉਹ ਆ ਗਿਆ ਵੀ ਤੁਸੀਂ ਜਿਹੜਾ ਉਹ ਕਰਨਾ ਕੀ ਆ, ਹੋਊਗਾ ਕੀ। ਸੋ ਇਹ ਫਾਰਮਸ ਜਿਹੜੇ ਉਹ ਇਸ ਟਾਈਮ ਭਰੇ ਪਏ ਨੇ ਵੀ ਇੱਦਾਂ ਦੀਆਂ ਜਿਹੜੀਆਂ ਸਥਿਤੀਆਂ ਆ ਉਹ ਇਸ ਚੀਜ਼ ਨੂੰ ਲੈ ਕੇ ਉਹ ਬਣ ਰਹੀਆਂ ਹੈਗੀਆਂ। ਸੋ ਇਹ ਹੁਣ ਦੇਖਣਾ ਚਾਹੀਦਾ ਹੈ ਤੁਹਾਨੂੰ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਆ। ਖਾਸ ਕਰਕੇ ਜਿਹੜੇ H1 ਵਾਲੇ ਆ, ਜਿੰਨਿਆਂ ਨੂੰ ਵੀ ਤੁਸੀਂ ਜਾਣਦੇ ਆ, ਉਹਨਾਂ ਨੂੰ ਜ਼ਰੂਰ ਇਹ ਦੱਸ ਦਿਓ ਵੀ ਆਹ ਸਥਿਤੀਆਂ ਜਿਹੜੀਆਂ ਹੋ ਰਹੀਆਂ ਨੇ, ਵੀ ਤਿਆਰੀ ਜਿਹੜੀ ਉਹ ਕੱਸ ਕੇ ਆਉਣ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਟਰੈਵਲ ਨਾ ਕਰੋ, ਤੁਸੀਂ ਕਰ ਸਕਦੇ, ਕੋਈ ਰੋਕ ਨਹੀਂ ਰਿਹਾ ਤੁਹਾਨੂੰ ਟਰੈਵਲ ਵਗੈਰਾ ਕਰਨ ਤੋਂ, ਪਰ ਆਹ ਚੀਜ਼ਾਂ ਤੁਹਾਡੇ ਸਾਹਮਣੇ ਆ ਸਕਦੀਆਂ। ਤੁਹਾਨੂੰ ਮੁਸ਼ਕਿਲ ਆਈ ਤਾਂ ਤੁਹਾਡੇ ਕੋਲ ਆਨਸਰ ਹੋਣੇ ਚਾਹੀਦੇ ਆ ਵੀ ਤੁਹਾਡੇ ਜਿਹੜੇ ਮਾਰਕ ਸ਼ੀਟ ਇਹ ਉਹ ਪਿਛਲੀਆਂ ਕੰਪਨੀਆਂ ਦੇ ਵਿੱਚ ਕੰਮਕਾਜ ਕੀਤਾ, ਕਿੱਦਾਂ ਆ, ਕਿੱਥੇ ਆ, ਕਿਵੇਂ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ
ਯਾਦ ਜਿਹੜੀਆਂ ਉਹ ਪਤਾ ਹੋਣ ਤਾਂ ਤੁਹਾਡੇ ਲਈ ਜਿਹੜਾ ਉਸ ਦੇ ਲਈ ਫਾਇਦਾ ਜਿਹੜਾ ਉਹ ਹੈਗਾ। ਬਿਲਕੁਲ ਜੀ, ਤੁਸੀਂ ਵੀ ਆਪਣੀ ਕਾਲ ਕਰ ਸਕਦੇ ਹੋ ਜੇ ਤੁਸੀਂ ਇਸ ਬਾਬਤ ਕੋਈ ਹੋਰ ਜਾਣਕਾਰੀ ਜਾਂ ਕਿਸੇ ਹੋਰ ਪਹਿਲੂ ਤੋਂ ਜਾਣਕਾਰੀ ਚਾਹੁੰਦੇ ਆ ਤਾਂ ਸਟੂਡੀਓ ਦਾ ਨੰਬਰ ਹੈ 460 272 5200। ਤਾਂ ਆਪਾਂ ਅੱਜ ਚਰਚਾ ਕਰ ਰਹੇ ਹਾਂ H1B ਤੇ ਖਾਸ ਕਰਕੇ B1 B2 ਦੇ। B1 B2 ਦਾ ਆਲਰੇਡੀ ਉਹਦੇ ਵਿੱਚ ਤਾਂ ਸਿਚੁਏਸ਼ਨ ਇਹ ਹੈ ਕਿ 600 ਦਿਨ ਤੋਂ ਪਾਰ ਇੰਟਰਵਿਊ ਮਿਲਦੀ ਜੇਕਰ ਤੁਸੀਂ ਅੱਜ ਬੁੱਕ ਕਰਦੇ ਆ। ਪਰ H1B ਦੇ ਵਿੱਚ ਇਹ ਦੇਖਣ ਦੇ ਵਿੱਚ ਆ ਰਿਹਾ ਕਿ ਕੁਝ ਕੁ ਜਿਹੜੇ ਲੋਕ ਜੁੜੇ ਹੋਏ ਨੇ ਪੰਜਾਬੀ DSC ਦੀ ਟੀਮ ਦੇ ਨਾਲ, ਉਹ ਜਦੋਂ ਆਏ ਇੱਥੇ ਵਾਪਸ ਅਮਰੀਕਾ ਤਾਂ ਉਹਨਾਂ ਦਾ ਤਜਰਬਾ ਜਿਹੜਾ ਉਹ ਬੜਾ ਹੀ ਕੌੜਾ ਰਿਹਾ। ਹਾਂਜੀ, ਕੌੜਾ ਕਹਿ ਸਕਦੇ ਆ, ਕਿਉਂਕਿ ਉਹਨਾਂ ਦੀ ਜਿਹੜੀ ਐਂਟਰੀ ਸੀ ਤੇ ਐਂਟਰੀ ਤੋਂ ਪਹਿਲਾਂ ਵੀਜ਼ਾ ਸਟੈਂਪਿੰਗ ਵੇਲੇ ਗ੍ਰਿਲਿੰਗ ਹੋਈ ਤੇ ਉਸ ਤੋਂ ਬਾਅਦ ਚਲੋ ਉਹ ਤਾਂ ਬੰਦਾ ਕੱਢ ਜਾਂਦਾ ਕਿਉਂਕਿ ਚਲੋ ਜਿਹਦਾ ਕੋਈ 5-6 ਸਾਲ ਦਾ ਐਕਸਪੀਰੀਅੰਸ ਹੈ ਉਹ ਓਬਵੀਅਸਲੀ ਪ੍ਰੀਪੇਅਰਡ ਹੀ ਹੁੰਦਾ ਇਹਨਾਂ ਚੀਜ਼ਾਂ ਦੇ ਲਈ। ਪਰ ਜਦੋਂ ਤੁਸੀਂ ਇੱਥੇ ਐਂਟਰ ਕਰਨਾ ਉੱਥੇ ਤੁਹਾਨੂੰ ਬਹੁਤ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ। ਉਹ ਡਿਪੈਂਡ ਹੈ ਉਸ ਆਫਿਸਰ ਦੇ ਉੱਤੇ। ਹਾਂਜੀ, ਤੁਹਾਡੀ ਟਰੈਵਲ ਹਿਸਟਰੀ ਤੇ ਤੁਸੀਂ ਬਾਰ-ਬਾਰ ਜਾਂਦੇ ਆ, ਘੱਟ ਜਾਂਦੇ, ਬਹੁਤ ਸਾਰੇ ਹੋਰ ਚੀਜ਼ਾਂ ਦੇ ਉੱਤੇ ਜਿਹੜਾ ਇਹ ਮੈਟਰ ਜਿਹੜਾ ਉਹ ਕਰਦਾ ਹੈ। ਨਹੀਂ, ਇਹ ਵੀ ਰਾਜਕਰਮਵੀਰ ਸਿੰਘ ਜੀ ਕੀ ਇਹ ਵੀ ਹੈ ਕਿ ਉਹ ਵੀਜ਼ਾ ਜਿਹੜਾ ਆਫਿਸਰ ਇਮੀਗ੍ਰੇਸ਼ਨ ਆਫਿਸਰ ਉਹ ਤੁਰਤ ਪੈਰ ਹੀ ਆਪਣਾ ਫੈਸਲਾ ਸੁਣਾ ਸਕਦਾ ਕਿ ਨਹੀਂ ਤੁਸੀਂ ਨਹੀਂ ਐਂਟਰ ਹੋ ਸਕਦੇ ਜਾਂ ਉਹਦੇ ਲਈ ਇੱਕ ਚੀਜ਼ ਹੋਰ ਜਿਹੜੀ ਉਹ ਪਤਾ ਲੱਗੀ ਹੈ ਇਸ ਚੀਜ਼ ਦੇ ਵਿੱਚ ਜੀ, ਜਿਨ੍ਹਾਂ ਨੂੰ ਇੱਥੇ ਆਇਆ ਤੇ ਸੈਕੰਡਰੀ ਸਕਰੀਨਿੰਗ ਦੇ ਵਿੱਚ ਨਾ ਕੀਤੀ ਜਾ ਰਹੀ ਆ ਜੀ, ਉਹ ਕਹਿੰਦੇ ਵੀ CBP ਨੂੰ ਕਾਈਂਡ ਆਫ ਤੁਹਾਨੂੰ ਡਿਟੇਨ ਕਰਕੇ ਬੰਦ ਕਰਕੇ ਰੱਖ ਲੈਂਦੀ ਆ। ਠੀਕ ਹੈ, ਤੁਹਾਡੇ ਡਾਕੂਮੈਂਟ ਵਗੈਰਾ ਤੁਹਾਨੂੰ ਉਨੀ ਦੇਰ ਤੱਕ ਉਹ ਰੱਖ ਦਿੰਦੀ ਨਹੀਂ ਵਾਪਸ ਜੀ, ਜਿੰਨੀ ਦੇਰ ਤੱਕ ਤੁਹਾਡੀ ਟਿਕਟ ਨਹੀਂ ਹੋ ਜਾਂਦੀ। ਉਹ ਅੱਛਾ, ਉਹ ਮੇਕ ਸ਼ੋਰ ਕਰਦੇ ਆ ਵੀ ਭਾਈ ਤੁਹਾਨੂੰ ਤੋੜ ਕੇ ਜਾਣਾ, ਤੋੜ ਕੇ। ਹਾਂ, ਮਤਲਬ ਉਹ ਆਪਣਾ ਡਿਸੀਜਨ ਬਣਾ ਹੀ ਚੁੱਕੇ ਹੁੰਦੇ ਆ। ਜੇ ਤੁਹਾਨੂੰ ਉਹਨਾਂ ਨੇ ਹਾਂ ਵੀ ਨਾ ਕਰਨੀ ਆ, ਹਾਂਜੀ, ਤੇ ਫਿਰ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਹਿੰਦੇ ਵੀ ਕੰਮ ਚੱਲ ਰਿਹਾ ਹੈਗਾ। ਸੋ ਲਾਈਕ ਬੀ ਵੈਰੀ ਅਵੇਅਰ ਜੀ, ਬਿਲਕੁਲ। ਇਹ ਜਿਹੜਾ ਉਹ ਕੀ ਕੁਛ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਤੇ ਸੋ ਬਾਕੀ ਜਿਹੜੀ ਰਹੀ ਗੱਲ ਜਿਹੜੀ ਪ੍ਰਵੀਨ ਜੀ ਵੀ ਰਿਸੈਸ਼ਨ ਨੂੰ ਲੈ ਕੇ ਜਾਂ ਇਨਫਲੇਸ਼ਨ ਨੂੰ ਲੈ ਕੇ, ਹਾਂਜੀ, ਇਨਫਲੇਸ਼ਨ ਥੋੜੀ ਜਿਹੀ ਘਟੀ ਆ ਤੇ ਆਪਾਂ ਦੇਖ ਰਹੇ ਹਾਂ ਪਿਛਲੇ ਕੁਛ ਮੰਥਸ ਦੇ ਵਿੱਚ ਜਿਹੜਾ ਉਹ ਦੇਖਿਆ ਵੀ ਐਵਰੀ ਮੰਥ ਕੁਛ ਪਿਛਲੇ ਮੰਥ ਦੇ ਮੁਕਾਬਲੇ ਘਟਣੀ ਸ਼ੁਰੂ ਹੋਈ ਆ ਕਿਉਂਕਿ ਇੰਟਰਸਟ ਰੇਟ ਲਗਾਤਾਰ ਵਧਾਏ ਆ। ਇਸ ਵਾਰ ਜਿਹੜਾ ਚੱਪਾ ਜਾਂ 1/4% ਜਿਹਨੂੰ ਆਖ ਦਿੱਤਾ ਜਾਂਦਾ ਹੈ ਵੀ ਉਹ ਇੰਟਰਸਟ ਰੇਟ ਵਧਾਇਆ ਗਿਆ ਹੈ ਤੇ ਮੇ ਵੀ ਇੱਕ ਵਾਰੀ ਹੋਰ ਇੰਟਰਸਟ ਰੇਟ ਵਧੂਗਾ। ਪਰ ਹੁਣ ਮੈਨੂੰ ਲੱਗਦਾ ਫੈਡ ਇਸ ਤੋਂ ਬਾਅਦ ਸ਼ਾਇਦ ਇੰਟਰਸਟ ਰੇਟ ਨਾ ਵਧਾਵੇ। ਜਰੋਮ ਪਾਵਲ ਉਹਨਾਂ ਨੇ ਕਿਹਾ ਵੀ ਡਿਸਇਨਫਲੇਸ਼ਨ ਜਿਹੜੀ ਉਹ ਸ਼ੁਰੂ ਹੋਈ ਆ, ਵੀ ਮਹਿੰਗਾਈ ਜਿਹੜੀ ਹੁਣ ਆਪਾਂ ਉਸ ਨੂੰ ਘਟਾਉਣਾ ਜਿਹੜਾ ਉਹ ਸ਼ੁਰੂ ਕਰਤਾ ਆ। ਮੇ ਵੀ ਇਹ ਪੂਰਾ ਸਾਲ ਜਾਂ ਐਟਲੀਸਟ ਤੇ 6 ਮਹੀਨੇ ਦੋ ਜਿਹੜੇ ਆ ਕੁਆਟਰ ਐਟਲੀਸਟ ਲੱਗ ਜਾਣਗੇ ਜਿਹੜੀ ਇਕਨੋਮੀ ਨੂੰ ਮੇ ਬੀ ਰੀਬਾਊਂਡ ਜਿਹੜਾ ਉਹ ਕਰਨ ਦੇ ਲਈ। ਅੱਜ ਕੱਲ੍ਹ ਮਾਰਕੀਟ ਦੇ ਵਿੱਚ ਇੱਕ ਨਵਾਂ ਟਰਮ ਆਪਾਂ ਨੂੰ ਸੁਣਨ ਨੂੰ ਮਿਲ ਰਹੀ ਹੈ, ਰੋਲਿੰਗ ਰਿਸੈਸ਼ਨ। ਠੀਕ ਹੈ, ਇਹ ਟੋਟਲੀ ਨਵੀਂ ਆ ਕਿਉਂਕਿ ਰਿਸੈਸ਼ਨ ਕਹਿੰਦੇ ਨੂੰ ਅਰਥ ਸ਼ਾਸਤਰੀਆਂ ਨੂੰ ਬਹੁਤ ਮਹੀਨੇ ਹੋ ਗਏ। ਹਾਂਜੀ, ਉਹ ਜਿਹੜੇ ਇੰਪਲੋਇਮੈਂਟ ਦਾ ਨੰਬਰਸ ਆ ਉਹ ਰਿਸੈਸ਼ਨ ਵਾਲੀ ਚੀਜ਼ ਦੇ ਨਾਲ ਮੈਚ ਨਹੀਂ ਜਿਹੜੇ ਉਹ ਕਰ ਰਹੇ। ਸੋ ਉਹਨੂੰ ਰੋਲਿੰਗ ਰਿਸੈਸ਼ਨ ਜਿਹੜੀ ਉਹ ਆਖਿਆ ਜਾ ਰਿਹਾ ਹੈਗਾ ਆ। ਸੋ ਇਕਨੋਮੀ ਕਹਿੰਦੇ ਵੀ ਇਸ ਦੇ ਉੱਤੇ ਬਣੀ ਹੈ। ਕਹਿੰਦੇ ਵੀ ਇੱਥੋਂ ਤੱਕ ਵੀ ਵੱਡੇ ਮਾਹਰ ਵਾਲ ਸਟਰੀਟ ਵਾਲੇ ਉਹਨਾਂ ਦੇ ਵੀ ਜਿਹੜੇ ਵਾਲ ਖੜੇ ਨੇ ਇਸ ਟਾਈਮ ਸਿਰ ਦੇ ਪੱਟ ਕੇ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਾ, ਬੈਫਲਡ ਨੇ ਜਿਹੜੀ ਇਕਨੋਮੀ ਤੋਂ ਵੀ ਇਹ ਹੋ ਕੀ ਰਿਹਾ। ਲੇਬਰ ਮਾਰਕੀਟ ਕਹਿੰਦੇ ਥਰਾਈਵ ਕਰ ਰਹੀ ਆ, ਉਹ ਬੜੀ ਵਧੀਆ ਆ। ਅਨਇੰਪਲੋਇਮੈਂਟ ਜਿਹੜੀ ਆ 1969 ਤੋਂ ਬਾਅਦ ਦੇ ਵਿੱਚ ਹੁਣ ਤੱਕ ਦੀ ਨਿਊਨਤਮ ਲੈਵਲ ਦੇ ਉੱਤੇ ਜਿਹੜੀ ਚੱਲ ਰਹੀ ਆ 3.4% ਦੇ ਉੱਤੇ ਜਿਹੜੀ ਉਹ ਰਹਿ ਗਈ ਆ। ਤੇ GDP ਰੀਟੇਲ ਸੇਲਸ ਜਿਹੜੀ ਆ ਉਹ ਇਹ ਦਰਸਾਉਂਦੀਆਂ ਵੀ ਇਕਨੋਮੀ ਵੱਧ ਰਹੀ ਹੈਗੀ ਆ। ਪਰ ਇਧਰੋਂ ਲੇ-ਆਫਸ ਜਿਹੜੀਆਂ ਹੋਈ ਜਾ ਰਹੀਆਂ ਕਿਸੇ ਦੇ ਵੀ ਸਮਝ ਨਹੀਂ ਆ ਰਿਹਾ ਵੀ ਇਹ ਕਿਹੜੀ ਖਿਚੜੀ ਜਿਹੜੀ ਇਸ ਟਾਈਮ ਪੱਕ ਰਹੀ ਆ ਤੇ ਇਹਦਾ ਬਾਅਦ ਦੇ ਵਿੱਚ ਕੀ ਬਣਨਾ ਕੀ ਆ। ਸੋ ਆਪਾਂ ਤੇ ਚਲੋ ਤੁਹਾਨੂੰ ਇਹੀ ਕਹਿ ਸਕਦੇ ਆ ਵੀ ਜਦੋਂ ਕੁਝ ਵੀ ਨਾ ਪਤਾ ਹੋਵੇ, ਸਭ ਕੁਝ ਧੁੰਦਲਾ ਹੋਵੇ ਤਾਂ ਫਿਰ ਇਤਿਹਾਤ ਦੇ ਵਿੱਚ ਹੀ ਭਲਾਈ ਆ ਵੀ ਧਿਆਨ ਦੇ ਨਾਲ ਹੀ ਜਿਹੜਾ ਉਸ ਚੀਜ਼ ਦੇ ਵਿੱਚ ਫਿਰ ਤੁਹਾਨੂੰ ਚੱਲਣਾ ਚਾਹੀਦਾ ਆ। ਕਿਉਂਕਿ ਜਦੋਂ ਧੁੰਦ ਹੁੰਦੀ ਹੈ, ਜਦੋਂ ਤੁਹਾਨੂੰ ਪਤਾ ਨਹੀਂ ਹੋਵੇ ਅੱਗੇ ਕੀ ਚੱਲਦਾ ਤੇ ਐਕਸੀਡੈਂਟ ਦਾ ਖਤਰਾ ਵੱਧ ਜਾਂਦਾ। ਬਿਲਕੁਲ। ਸੋ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਹੁਣ ਵੇਲਾ ਹੋ ਚੱਲਿਆ ਕਿ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਇਸੇ ਤਰ੍ਹਾਂ ਮਸਲਿਆਂ ਤੇ ਗੱਲਬਾਤ ਜਾਰੀ ਰਹੇਗੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਹੋਵੇਗੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਵਿੱਚ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਵਾਗਤ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗੱਲਬਾਤ ਇਸ ਬ੍ਰੇਕ ਤੋਂ ਪਹਿਲਾਂ ਆਪਾਂ ਜਿਹੜੀ ਉਹ ਕਰ ਰਹੇ ਸੀਗੇ ਜੌਬਸ ਨੂੰ, ਜਿਹੜਾ ਉਹ ਲੈ ਕੇ ਲੇਆਫਸ ਨੂੰ ਲੈ ਕੇ, ਤੇ H1B ਵਾਲਿਆਂ ਦੇ ਉੱਤੇ ਜਿਹੜੀ ਇਸ ਟਾਈਮ ਗਾਜ ਜਿਹੜੀ ਉਹ ਡਿੱਗੀ ਪਈ ਹੈ, ਕਿਉਂਕਿ ਬੜਾ ਇੱਕ ਕ੍ਰਿਟੀਕਲ ਸਮਾਂ ਹੈ ਉਹਨਾਂ ਸਾਰਿਆਂ ਦੇ ਲਈ। ਹਾਂਜੀ, ਖਾਸ ਕਰਕੇ ਜਿਨ੍ਹਾਂ ਵਗੈਰਾ ਦੀ ਜੌਬਸ ਜਿਹੜੀ ਉਹ ਜਾ ਰਹੀ, ਆਪਾਂ ਕਈ ਦੀ ਸੋਚ ਨਹੀਂ ਪਾਉਂਦੇ ਵੀ ਕੀ ਜਿਹੜਾ ਉਹ ਹੋ ਰਿਹਾ ਆ। ਪਰ ਹੁਣ ਇੱਥੇ ਇਕੱਲਾ ਇੱਥੇ ਹੀ ਸੀਮਿਤ ਨਹੀਂ ਆ ਵੀ ਜਿਹੜੀਆਂ ਟੈਕ ਇੰਡਸਟਰੀ ਦੇ ਵਿੱਚ ਜੌਬਸ ਆ, ਹਾਂਜੀ, ਦੂਜੀਆਂ ਜੌਬਸ ਵੀ ਮਿਲ ਨਹੀਂ ਰਹੀਆਂ। ਆਪਾਂ ਜਿਹੜੇ ਹੁਣ ਇੱਥੇ ਲੋਕਲ ਲੋਕ ਰਹਿੰਦੇ ਆ, ਉਹਨਾਂ ਨੂੰ ਜਿਨ੍ਹਾਂ ਦੇ ਕੰਮਕਾਰ ਆ ਉਹ ਦੱਸਦੇ ਆ, ਕਹਿੰਦੇ ਵੀ ਕਾਲਾਂ ਸਾਨੂੰ ਬਥੇਰੀਆਂ ਆਉਂਦੀਆਂ, ਹਾਂਜੀ, ਲੋਕ ਬਹੁਤ ਨੇ ਜਿਨ੍ਹਾਂ ਨੂੰ ਜੌਬਸ ਚਾਹੀਦੀਆਂ ਪਰ ਜੌਬਸ ਮਿਲ ਨਹੀਂ ਰਹੀਆਂ। ਵੀ ਜੌਬਸ ਇੱਕ ਟਾਈਮ ਤੇ ਇਹੀ ਜਿਹੜਾ ਉਹ ਕਿਹਾ ਜਾ ਰਿਹਾ ਸੀਗਾ ਵੀ ਸ਼ਾਇਦ ਜਿਹੜੀ ਵਾਈਟ ਕਾਲਰ ਜੌਬ ਆ ਉਹਨੂੰ ਹੀ ਖਤਰਾ ਆ, ਯਾਨੀ ਕਿ ਹਾਈ ਪੇਇੰਗ ਜੌਬਸ ਜਿਹੜੀਆਂ ਆ ਵੀ ਉਹਨਾਂ ਦੀ ਸ਼ਾਂਤੀ ਜਿਹੜੀ ਉਹ ਹੋ ਰਹੀ ਆ, ਉਹਨਾਂ ਨੂੰ ਤੋਰਿਆ ਜਾ ਰਿਹਾ ਆ। ਪਰ ਦੂਜੀਆਂ ਜੌਬਸ ਹੈਗੀਆਂ ਤੇ ਨੇ, ਪਰ ਆਪਣਿਆਂ ਨੂੰ ਲੱਭ ਨਹੀਂ ਰਹੀਆਂ, ਮਿਲ ਨਹੀਂ ਰਹੀਆਂ। ਇਹ ਬੜੀ ਇੱਕ ਪ੍ਰੋਬਲਮ ਇਸ ਟਾਈਮ ਬਣ ਰਹੀ ਆ। ਜਾਂ ਤਾਂ ਜਿਹੜੇ ਨੰਬਰਸ ਆਏ ਆ ਪਿਛਲੇ ਮਹੀਨਿਆਂ ਦੇ, ਹਾਂਜੀ, ਇਹ ਹੁਣ ਰੀਸੈਂਟਲੀ ਕੁਝ ਹਫ਼ਤਿਆਂ ਦੇ ਵਿੱਚ ਇਹ ਚੇਂਜ ਹੋਇਆ ਆ ਜੀ। ਕੁਝ ਜਿਹੜੇ ਪਿਛਲੇ ਕੁਝ ਵੀਕਸ ਦੇ ਵਿੱਚ ਇਹ ਫਰਕ ਪੈ ਗਿਆ ਆ ਵੀ ਹੁਣ ਦੂਜੀਆਂ ਜੌਬਸ ਦੀ ਵੀ ਸ਼ਾਂਤੀ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਆ, ਜਾਂ ਉਹ ਜਿਹੜੀਆਂ ਉਹ ਮਿਲਦੀਆਂ ਜਿਹੜੀਆਂ ਬੰਦ ਹੋ ਗਈਆਂ। ਜਿਹੜੀਆਂ ਹਾਇਰਿੰਗ ਦੇ ਫੱਟੇ ਅਕਸਰ ਆਪਾਂ ਨੂੰ ਜਿਹੜੇ ਉਹ ਦਿਖਦੇ ਸੀ, ਅੱਗੇ ਨਾਲੋਂ ਤਾਂ ਘਟੇ ਆ, ਇਹ ਤਾਂ ਹੈ ਆ। ਹਾਂਜੀ, ਇਹ ਪਹਿਲੋਂ ਦੇ ਨਾਲੋਂ ਤਾਂ ਜਿਹੜੇ ਉਹ ਘਟੇ ਆ, ਪਰ ਜੌਬਸ ਅਜੇ ਹੈਗੀਆਂ ਨੇ। ਪਰ ਹੁਣ ਇਹ ਨਹੀਂ ਸਮਝ ਆਉਂਦਾ ਵੀ ਕਿ ਨਾਲੇ ਕਹੀ ਜਾਂਦੇ ਆ ਵੀ ਲੱਭਦੀਆਂ ਨਹੀਂ। ਇਹ ਕਿਤੇ ਨਾ ਕਿਤੇ ਬੜਾ ਝੋਲ ਜਿਹਾ ਇਸ ਟਾਈਮ ਪ੍ਰਵੀਨ ਜਿਹੜਾ ਉਹ ਚੱਲ ਰਿਹਾ ਆ ਵੀ ਇੱਥੇ ਕੀ ਆ। ਆਪਾਂ ਪਹਿਲੋਂ ਵੀ ਕਹਿੰਦੇ ਰਹੇ, ਹੁਣ ਵੀ ਕਹਿੰਦੇ ਵੀ ਭਾਈ ਜਿਹੜੀ ਥਾਂ ਤੇ ਕੰਮ ਕਰ ਰਹੇ ਆ, ਸਿਰ ਸਿੱਟ ਕੇ ਮਿਹਨਤ ਦੇ ਨਾਲ ਕੰਮ ਕਰੋ, ਟਿਕੇ ਰਹੋ। ਅਦਰਵਾਈਜ਼ ਯੂ ਨੈਵਰ ਨੋ ਵੀ ਇਹ ਆਉਣ ਵਾਲੇ ਸਮੇਂ ਜਿਹੜੇ ਉਹ ਕਿੱਦਾਂ ਦੇ ਹੋ ਸਕਦੇ ਨੇ। ਹਾਂਜੀ, ਬਿਲਕੁਲ। ਦੇਖੋ, ਗੱਲ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਰੋਲ ਓਵਰ ਇੱਕ ਨਵਾਂ ਸ਼ਬਦ ਆਇਆ ਹੈ, ਰੋਲਿੰਗ ਰਿਸੈਸ਼ਨ। ਹਾਂਜੀ, ਰੋਲਿੰਗ ਰਿਸੈਸ਼ਨ ਦਾ ਮਤਲਬ ਪੰਜਾਬੀ ਦੇ ਵਿੱਚ ਤਰਜਮਾ ਇਹੀ ਹੈ ਕਿ ਸਮਝੋ ਬਾਹਰ, ਅਸਮੰਜਸ, ਸਸ਼ੋ ਪੰਜ, ਦੁਬਿਧਾ, ਕਿ ਇਹਨੂੰ ਇਹਦੇ ਤੋਂ ਉੱਤੇ ਫੈਸਲਾ ਕਿ ਲਈਏ, ਜਾਂ ਇਹਨੂੰ ਸਮਝਿਆ ਕਿਵੇਂ ਜਾਵੇ, ਜਾਂ ਇਹਨੂੰ ਡਿਫਾਈਨ ਕਿਵੇਂ ਕੀਤਾ ਜਾਵੇ। ਤਾਂ ਜੇ ਦੇਖੋ, ਇਹ 2 ਮਹੀਨੇ ਪਹਿਲਾਂ, ਸਭ ਤੋਂ ਪਹਿਲਾਂ ਜਿਹੜੀਆਂ ਲੇਆਫਸ ਸ਼ੁਰੂ ਹੋਈਆਂ ਸੀ, ਐਮਾਜ਼ਨ, ਫੇਸਬੁੱਕ ਤੇ ਟਵਿੱਟਰ ਦੇ ਵਿੱਚ ਹੋਈਆਂ ਸੀ। ਤੇ ਇਹ 5 ਵੱਡੀਆਂ ਕੰਪਨੀਆਂ ਨੇ 60,000 ਮੁਲਾਜ਼ਮਾਂ ਦੀ ਜਿਹੜੀ ਛਾਂਟੀ ਸੀ ਇੱਕੋ ਦਮ ਕਰਤੀ ਸੀ। ਉਸ ਤੋਂ ਬਾਅਦ ਥੋੜਾ ਜਿਹਾ ਸਥਿਰ ਹੋਇਆ, ਲੱਗਦਾ ਇਹ ਸੀਗਾ ਕਿ ਸ਼ਾਇਦ ਹੁਣ ਇਹ ਤਸਵੀਰ ਨਹੀਂ ਰਹਿਣੀ ਜਾਂ ਬਦਲੂਗੀ, ਪਰ ਉਸ ਤੋਂ ਬਾਅਦ ਥੋੜਾ ਜਿਹਾ ਸਥਿਰ ਹੋਇਆ। ਪਰ ਜਿਹੜਾ ਹੁਣ ਚੱਲ ਰਿਹਾ, 1 ਲੱਖ ਕੰਮ ਪਿਛਲੇ ਦਿਨਾਂ ਦੇ ਵਿੱਚ ਵੱਡੀਆਂ ਕੰਪਨੀਆਂ ਨੇ ਕੰਮ ਤੋਂ ਬੇਦਖਲ ਕਰ ਦਿੱਤਾ ਹੈ। ਤੁਸੀਂ ਦੇਖੋ ਕਿ ਚਲੋ ਇਹ ਵੱਡੇ ਅੰਪਾਇਰ ਨੇ, ਇਹਨਾਂ ਨੇ ਤਾਂ ਆਪਣੇ ਹਿਸਾਬ ਦੇ ਨਾਲ ਦੇਖ ਕੇ ਆਪਣਾ ਗੁਣਾ ਗਣਿਤ ਕਰਕੇ ਬੰਦੇ ਨੂੰ ਜਵਾਬ ਦੇ ਦੇਣਾ ਹੈ। ਪਰ ਜਿਹੜਾ ਬੰਦਾ ਲੇ ਆਫ ਹੋਇਆ, ਉਹਦੇ ਉੱਤੇ ਕੀ ਗੁਜ਼ਰਦੀ ਹੋਊਗੀ, ਉਹਨੇ ਕਿੰਨੇ ਤਰ੍ਹਾਂ ਦੇ ਉਹਦੇ ਮਹੀਨੇ ਦੀਆਂ ਕਿਸ਼ਤਾਂ ਜਾ ਰਹੀਆਂ ਹੋਣੀਆਂ, ਕਾਰ ਦੀਆਂ, ਕਿੰਨੇ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ, ਕਿੰਨੇ ਤਰ੍ਹਾਂ ਦੀ ਘਰਾਂ ਦੀ ਕਿਸ਼ਤ ਜਾਰੀ ਹੋਣੀ ਹੈ। ਤਾਂ ਉਹ ਇੰਸਟੈਂਟਲੀ ਕਿਹੜਾ ਕੰਮ ਕਰੇਗਾ? ਹੁਣ ਜਿਹੜਾ ਟੈਕਨੀਕਲ ਬੰਦਾ ਹੈ, ਉਹ ਮਕੈਨੀਕਲ ਤਾਂ ਕਰ ਨਹੀਂ ਸਕਦਾ। ਕੀ ਕਹਿਣਾ, ਕੋਈ 1000 ਦੇ ਵਿੱਚ ਇੱਕ ਬੰਦਾ ਹੋਊਗਾ ਜਿਹੜਾ ਦੋਨੇ ਪਾਸੇ ਕਰ ਸਕਦਾ ਹੋਊਗਾ। ਹਾਂ, ਸੋ ਇਹ ਬੜਾ ਇੱਕ ਤਰੀਕੇ ਨਾਲ ਕਹਿ ਲਈ ਕਿ ਬੜੀ ਕੰਡੀਸ਼ਨ ਇਹੋ ਜਿਹੀ ਬਣ ਚੁੱਕੀ ਹੈ ਕਿ ਜਿਹੜੇ ਜੌਬ, ਖਾਸ ਕਰਕੇ ਜਿਹਨਾਂ ਨੂੰ ਅਸੀਂ ਵਾਈਟ ਕਾਲਰ ਜੌਬ ਕਹਿੰਦੇ ਸੀ, ਉਹਨਾਂ ਦੇ ਉੱਤੇ ਮੰਦੀ ਦੀ ਗਾਜ ਸਭ ਤੋਂ ਜ਼ਿਆਦਾ ਦਿਖ ਰਹੀ ਹੈ। ਇੱਕ ਜਿਹੜਾ ਆંકੜਾ ਪ੍ਰਵੀਨ ਜਿਹੜਾ ਮੈਂ ਅਗਲਾ ਸ਼ੇਅਰ ਕਰਨ ਵਾਲਾ ਆ, ਇਹ ਵੀ ਹੋ ਸਕਦਾ ਲੋਕ ਕਹਿਣ ਵੀ ਤੁਸੀਂ ਜਾਣ ਕੇ ਡਰਾਉਂਦੇ, ਪਰ ਇਹ ਰਿਪੋਰਟਸ ਦੇ ਵਿੱਚੋਂ ਆ, ਮੇਰੇ ਵੱਲੋਂ ਬਣਾਇਆ ਗਿਆ ਆંકੜਾ ਨਹੀਂ ਆ। ਠੀਕ ਹੈ, ਪਰ ਇਹ ਸੰਕੇਤ ਦੱਸਦਾ ਹੈ ਵੀ ਭਵਿੱਖ ਕਿੱਧਰ ਨੂੰ ਆ। ਠੀਕ ਹੈ, S&P 500 ਉਹ ਕੰਪਨੀਆਂ ਆ ਜਿਹੜੀਆਂ ਟੌਪ ਦੀਆਂ 500 ਕੰਪਨੀਆਂ ਅਮਰੀਕਾ ਦੀਆਂ ਆ। ਇਹਨਾਂ ਦੇ ਇੰਡੈਕਸ ਫੰਡਸ ਹੁੰਦੇ ਆ, ਲੋਕ ਇਹਨਾਂ 'ਚ ਇਨਵੈਸਟ ਕਰਦੇ ਆ ਵੀ ਇਹ ਟੌਪ ਦੀਆਂ ਕੰਪਨੀਆਂ ਸਾਰੀਆਂ ਇਕੱਠੀਆਂ ਤਾਂ ਫੇਲ ਨਹੀਂ ਹੋਣ ਲੱਗੀਆਂ, ਵੀ ਇਹ ਠੀਕ ਆ। ਸੋ ਫਾਰ ਜਿਹੜਾ 2023 ਦੇ ਪਹਿਲੇ ਕੁਆਰਟਰ ਦੀਆਂ ਅਰਨਿੰਗਸ ਇਹਨਾਂ ਨੇ 2023 ਦੇ ਵਿੱਚ ਦੱਸੀਆਂ ਆ, ਸਿਰਫ 42 ਕੰਪਨੀਆਂ 500 ਦੇ ਵਿੱਚੋਂ, ਸਿਰਫ 42 ਕੰਪਨੀਆਂ ਆ, ਉਹਨਾਂ ਨੇ ਜਿਹੜਾ ਉਹਨਾਂ ਨੇ ਆਲਰੇਡੀ ਜਿਹੜੀਆਂ ਨੈਗੇਟਿਵ ਅਰਨਿੰਗਸ ਕੀਤੀਆਂ ਆ, ਘਾਟੇ 'ਚ। 500 ਦੇ ਵਿੱਚੋਂ 42 ਜਿਹੜੀਆਂ ਉਹ ਨੈਗੇਟਿਵ ਕੀਤੀਆਂ,
ਹੂੰ ਤੇ ਸੋ ਫਾਰ ਸਿਰਫ 8 ਕੰਪਨੀਆਂ ਅਜਿਹੀਆਂ 500 ਦੇ ਵਿੱਚੋਂ ਆ ਜੀ ਜਿਨ੍ਹਾਂ ਨੇ ਕਿਹਾ ਵੀ ਹਾਂ ਸਾਨੂੰ ਥੋੜਾ ਜਿਹਾ ਮੁਨਾਫਾ ਹੋਇਆ ਆ, ਠੀਕ ਹੈ ਜਿੰਨਾ ਅਨੁਮਾਨ ਸੀ ਉਸ ਤੋਂ ਵੱਧ ਆ। ਹੂੰ 70% ਕੰਪਨੀਜ਼ ਇਹ ਰਿਪੋਰਟ ਕਰ ਰਹੀਆਂ ਆ ਵੀ ਜਿਹੜੇ ਐਨਾਲਿਸਟ ਆ, ਉਹ ਜਿਹੜੇ ਮਾਹਰ ਸੋਚਦੇ ਸੀਗੇ ਵੀ ਇੰਨੀਆਂ ਕੁ ਐਕਸਪੈਕਟੇਸ਼ਨਸ ਆ, ਹਾਂਜੀ ਉਹ ਉੱਥੇ ਤੱਕ ਪਹੁੰਚ ਨਹੀਂ ਸਕੀਆਂ। ਹੂੰ ਸੋ 70% ਕੰਪਨੀਆਂ ਜਿਹੜੇ ਅਨੁਮਾਨਿਤ ਮੁਨਾਫੇ ਜਾਂ ਅਨੁਮਾਨਿਤ ਆંકੜੇ ਆ, ਜੀ ਉਹ ਰੀਚ ਨਹੀਂ ਕਰ ਸਕੀਆਂ। ਠੀਕ ਹੈ 42 ਕੰਪਨੀਆਂ ਨੇ ਨੈਗੇਟਿਵ ਆਲਰੇਡੀ ਅਰਨਿੰਗ ਸ਼ੋ ਕੀਤੀ ਆ, ਜੀ ਤੇ ਸਿਰਫ 8 ਜਿਹੜੀਆਂ ਅਜਿਹੀਆਂ ਕੰਪਨੀਆਂ ਆ S&P ਜਿਹੜੀ 500 ਦੇ ਵਿੱਚ 500 ਮੁੱਖ ਕੰਪਨੀਆਂ ਅਮਰੀਕਾ ਦੀਆਂ ਹਰ ਇੱਕ ਖੇਤਰ ਦੇ ਵਿੱਚੋਂ ਆ, ਹੂੰ ਉਹਨਾਂ ਨੇ ਜਿਹੜਾ ਆ ਉਹ ਪੋਜ਼ਿਟਿਵ ਗਾਈਡੈਂਸ ਸਿਰਫ ਜਿਹੜੀ ਉਹ ਸ਼ੋ ਹੂੰ ਕੀਤੀ ਆ। ਜੀ ਸੋ ਇਹ ਦੱਸਦਾ ਆ ਵੀ ਹੈ ਕੁਛ ਨਾ ਕੁਛ ਇਸ ਟਾਈਮ ਇਹ ਹੂੰ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਆ। ਸੋ ਇਕੱਲਾ ਇਹੀ ਨਹੀਂ ਵੀ ਇਹਨਾਂ ਕੰਪਨੀਆਂ ਦੇ ਨਾਲ ਆ, ਜਿਹੜੇ ਜੀ ਇਨਵੈਸਟਰ ਹੁੰਦੇ ਆ ਇਹਨਾਂ ਕੰਪਨੀਆਂ 'ਚ ਕਰਨ ਵਾਲੇ ਜਾਂ ਹੂੰ ਹੋਰ ਕੰਪਨੀਆਂ 'ਚ ਵੀ ਕਰਨ ਵਾਲੇ ਆ, ਉਹ ਵੀ ਬੜੇ ਸ਼ਸ਼ੋ ਪੰਚ ਨੇ ਵੀ ਅੱਗੇ ਜਿਹੜਾ ਹੁਣ ਕੀ ਜਿਹੜਾ ਉਹ ਹੋਊਗਾ। ਦੇਖੋ ਕੰਪਨੀਜ਼ ਜਿਹੜੀਆਂ ਸਿਲੀਕਨ ਵੈਲੀ ਵਾਲੀਆਂ ਆ, ਉਹਨਾਂ ਜੀ ਨੇ ਇਹ ਕਿਹਾ ਆ ਵੀ ਦੇਖੋ ਜਦੋਂ ਤੋਂ ਮਾਹੌਲ ਚੰਗਾ ਸੀ ਹੂੰ ਅਸੀਂ ਹਾਇਰਿੰਗ ਕੀਤੀ ਬੇਸ਼ੁਮਾਰ, ਜੀ ਲੋੜੋਂ ਵੱਧ ਕਰ ਲਈ ਆ, ਜੀ ਉਨੀ ਲੋੜ ਵੀ ਨਹੀਂ ਸੀ, ਅਸੀਂ ਜਿਹੜੀ ਹਾਇਰਿੰਗ ਕਰੀ ਗਏ ਨੌਕਰੀਆਂ ਤੇ ਪਰ ਨੌਕਰੀਆਂ ਧੜਾ ਧੜ ਧੜਾ ਧੜ ਜਿਹੜੀਆਂ ਉਹ ਮਿਲੀਆਂ। ਉਹਨਾਂ ਨੇ ਹਾਂਜੀ ਸੋਚਿਆ ਹੋਣਗੇ ਵੀ ਆਹ ਪ੍ਰੋਜੈਕਟ ਆਉਣਗੇ, ਆਹ ਕਰਨੇ ਆ, ਇਹਦੇ ਲਈ ਆਹ ਚਾਹੀਦੇ, ਇੰਨੇ ਚਾਹੀਦੇ ਆ। ਹੂੰ ਪਰ ਹੁਣ ਜਦੋਂ ਥੋੜਾ ਮੰਦੀ ਦਾ ਰੁੱਖ ਜਦੋਂ ਆਉਂਦਾ ਆ, ਜਾਂ ਕਹਿ ਲਓ ਵੀ ਲਿਮਿਟਿਡ ਜੀ ਮਨੀ ਜਿਹੜੀ ਉਹ ਹੋ ਜਾਂਦੀ ਆ, ਹਾਂਜੀ ਤੇ ਉਦੋਂ ਫਿਰ ਕੁਛ ਜਿਹੜੇ ਪ੍ਰੋਜੈਕਟਸ ਆ ਉਹਨਾਂ ਨੂੰ ਕੱਟ ਕਰ ਦਿੱਤਾ ਜਾਂਦਾ ਆ। ਜੇ ਉਹ ਪ੍ਰੋਜੈਕਟਸ ਨਹੀਂ ਰਹੇ, ਉਹਨਾਂ ਕੰਪਨੀਆਂ ਦੇ ਲਈ ਉਹ ਕੰਮ ਨਹੀਂ ਰਿਹਾ, ਤੇ ਉਹ ਕੰਪਨੀਆਂ ਨੇ ਵਿਹਲੇ ਕੰਮ ਬਿਠਾ ਕੇ ਕਰਾਉਣਾ EMPLOYEES ਕਿਤੋਂ ਨੂੰ ਹੂੰ ਜਿਹੜੀ ਤਨਖਾਹ ਉਹ ਤਾਂ ਦੇਣੀ ਨਹੀਂ। ਜੀ ਐਡੇ ਦਾ ਉਹ ਚੰਗੇ ਹੈਗੇ ਨਹੀਂ ਹਾਂਜੀ ਵੀ ਤੁਹਾਨੂੰ ਉਦਾਂ ਹੀ ਘਰੇ ਬੈਠਿਆਂ ਨੂੰ ਜਿਹੜਾ ਉਹ ਦੇਈ ਜਾਣਗੇ, ਹੂੰ ਇਹ ਕਿਤੇ ਵੀ ਨਹੀਂ ਹੁੰਦਾ। ਜੀ ਸੋ ਇਸ ਲਈ ਜਿਹੜੀ ਆ ਇਹ ਸਾਈਕਲ ਆ ਉਹ ਚੱਲਿਆ ਆ। ਹੂੰ ਹੁਣ ਜਦੋਂ EMPLOYEE ਘਟ ਜਾਂਦੇ ਆ, ਜੀ ਤੁਸੀਂ ਦੇਖੋ ਵੀ ਉਹਦਾ ਫਰਕ ਜਿਹੜੀ ਉੱਥੋਂ ਦੀ ਲੋਕਲ ਮਾਈਕਰੋ ਇਕਨੋਮੀ ਹੁੰਦੀ ਉੱਤੇ ਕਿੱਦਾਂ ਹਾਂਜੀ ਉਹਦੇ ਪੈਂਦਾ। ਬਹੁਤ ਪੈਂਦੇ ਬਿਲਕੁਲ ਰੈਸਟੋਰੈਂਟਸ ਹੁੰਦੇ ਆ, ਖਰੀਦੋ ਹਾਂਜੀ ਫਰੋਖਤ ਵਾਲੇ ਜਿਹੜੇ ਆ, ਗੈਸ ਹੂੰ ਆ, ਗੱਡੀਆਂ ਵਾਲੇ ਆ, ਘਰਾਂ ਵਾਲੇ ਆ, ਹਾਂਜੀ ਹਰ ਇੱਕ ਦੇ ਉੱਤੇ ਜਿਹੜਾ ਉਸਦਾ ਉਹ ਅਸਰ ਪੈਣਾ। ਹੂੰ ਸ਼ਾਂਤੀ ਹੋ ਗਏ ਜੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ, ਜਾ ਰਹੇ ਆ। ਜੀ ਹਾਈ ਪੇਇੰਗ ਜੌਬਸ ਵਾਲੇ ਜਦੋਂ ਜਾਂਦੇ ਆ, ਘਰ ਖਾਲੀ ਹੁੰਦੇ, ਘਰ ਨਹੀਂ ਹੋਣਗੇ। ਇਹ ਹੂੰ ਪ੍ਰਾਪਰਟੀ ਟੈਕਸ ਸਰਕਾਰ ਨੂੰ ਘੱਟ ਆਊਗਾ, ਜੀ ਉਹ ਬੈਂਕਾਂ ਨੂੰ ਜਿਹੜਾ ਇੰਟਰਸਟ ਮਿਲਣਾ ਹੈ ਉਹ ਨਹੀਂ ਉਹ ਨਹੀਂ ਆਊਗਾ। ਮਿਲਣਾ ਹਾਂਜੀ ਜਿੱਦਾਂ ਚੀਜ਼ਾਂ ਗੱਡੀਆਂ ਖਰੀਦਣੀਆਂ, ਕੱਪੜੇ ਖਰੀਦਣੇ, ਵੈਸੇ ਘੁੰਮਣਾ ਫਿਰਨਾ, ਉਹ ਹੂੰ ਸਾਰਾ ਕੁਝ ਜਿਹੜਾ ਆ ਉਹ ਇੱਕ ਬੈਲੈਂਸ ਟੁੱਟ ਜਾਂਦਾ ਆ, ਜੀ ਤੇ ਉਹਦਾ ਫਿਰ ਅਸਰ ਬਾਕੀਆਂ ਦੇ ਉੱਤੇ ਹੋਊਗਾ। ਮੇ ਬੀ ਅਜੇ ਮੋਮੈਂਟ ਪੌਪ ਸ਼ਾਪਸ ਦੇ ਉੱਤੇ ਇਸ ਦਾ ਘੱਟ ਹੋਵੇ ਅਸਰ, ਹੂੰ ਪਰ ਇਵੈਂਚੁਅਲੀ ਇਸ ਦਾ ਅਸਰ ਦਿਖਣ ਲੱਗ ਲੱਗ ਪਊਗਾ। ਪਿਆ ਹੈ। ਬਿਲਕੁਲ ਜੀ ਸੋ ਇਹ ਆਪਾਂ ਪ੍ਰੋਗਰਾਮ ਦੇ ਪਹਿਲੇ ਤੇ ਦੂਜੇ ਹਿੱਸੇ ਦੇ ਵਿੱਚ ਚਰਚਾ ਅਮਰੀਕਾ ਦੇ ਵਿੱਚ ਜੋ ਇਸ ਵੇਲੇ ਰੁਜ਼ਗਾਰ ਦੀ ਸਥਿਤੀ ਬਣੀ ਪਈ ਹੈ H1B ਵੀਜ਼ੇ ਦੇ ਲੈ ਕੇ ਜਿਹੜੀਆਂ ਦਿੱਕਤਾਂ ਇਸ ਵੇਲੇ ਪਰੇਸ਼ਾਨੀਆਂ H1B ਵੀਜ਼ਾ ਹੋਲਡਰ ਨੂੰ ਝੱਲਣੀਆਂ ਪੈ ਰਹੀਆਂ ਉਹਦੇ ਉੱਤੇ ਚਰਚਾ ਕੀਤੀ ਹੈ। ਜਾਂਦੇ ਜਾਂਦੇ ਇੱਕ ਚਰਚਾ ਕਰਦੇ ਜਾਂਦੇ ਹਾਂ ਮੋਹਾਲੀ ਮੋਰਚੇ ਦੇ ਬਾਰੇ। ਮੋਹਾਲੀ ਮੋਰਚੇ ਦੇ ਵਿੱਚ ਕੱਲ ਜਿਹੜੀਆਂ ਝੜਪਾਂ ਹੋਈਆਂ ਸੀ ਉਹਨਾਂ ਝੜਪਾਂ ਤੋਂ ਬਾਅਦ ਬੇਸ਼ੱਕ ਕੁਝ ਲੋਕਾਂ ਨੇ ਉਹਨਾਂ ਦੀ ਹਮਾਇਤ ਵੀ ਕੀਤੀ ਹੈ, ਪਰ ਬਹੁਤੇ ਲੋਕ ਇਸ ਗੱਲ ਦੇ ਹੱਕ ਦੇ ਵਿੱਚ ਵੀ ਆ ਗਏ ਨੇ ਕਿ ਮੋਰਚਾ ਜੇ ਪੀਸਫੁਲ ਚਲਾਇਆ ਜਾਵੇ ਤਾਂ ਉਹ ਬਹੁਤ ਵਧੀਆ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹੁਤ ਹਿੱਸਿਆਂ ਦੇ ਵਿੱਚੋਂ ਪੰਜਾਬ ਦੇ ਹਰ ਵਰਗ ਵੱਲੋਂ ਹੀ ਇਸ ਮੋਰਚੇ ਨੂੰ ਵਧੀਆ ਇੱਕ ਚੰਗੀ ਸਪੋਰਟ ਮਿਲ ਰਹੀ ਹੈ। ਹਰਿਆਣੇ ਦੇ ਵਿੱਚੋਂ ਵੀ ਰਾਜ ਕਰਨਵੀਰ ਸਿੰਘ ਜੀ ਕੁਝ ਲੋਕ ਆਏ ਨੇ, ਕੁਝ ਜਥੇਬੰਦੀਆਂ ਆਈਆਂ ਨੇ ਜਿਨ੍ਹਾਂ ਨੇ ਮੋਰਚੇ ਦੀ ਹਮਾਇਤ ਕੀਤੀ ਹੈ, ਲੋਕਾਂ ਨੇ ਵੀ ਕੀਤੀ ਹੈ ਕਿ ਭਾਈ ਜੇ ਸਿਆਵਾਂ ਪੂਰੀਆਂ ਸਿੰਘ ਕਰ ਚੁੱਕੇ ਆ ਤੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਪੰਜਾਬ ਦੀਆਂ ਮੁਸਲਿਮ ਜਥੇਬੰਦੀਆਂ ਨੇ ਵੀ ਉੱਥੇ ਲੰਗਰ ਲਾਏ ਨੇ, ਕਈ ਹਿੰਦੂ ਜਥੇਬੰਦੀਆਂ ਵੀ ਗਈਆਂ ਨੇ। ਕੱਲ ਹੀ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਵੀ ਉਹ ਵੀ ਪੰਚਾਇਤ ਨੂੰ ਲੈ ਕੇ ਗਏ ਨੇ। ਸਕੂਲਾਂ ਕਾਲਜਾਂ ਦੇ ਵੀ ਕਈ ਜਿਹੜੇ ਪ੍ਰਬੰਧਕ ਨੇ, ਪ੍ਰਿੰਸੀਪਲ ਨੇ, ਚਾਹੇ ਉਹ ਮੈਨੇਜਮੈਂਟ ਨਾਲ ਜੁੜੇ ਹੋਏ ਨੇ, ਉਹ ਵੀ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਜਾ ਰਹੇ ਨੇ। ਸੋ ਇੱਕ ਤਰੀਕੇ ਨਾਲ ਸੰਕੇਤ ਇਹ ਹੈ ਕਿ ਮੋਰਚੇ ਨੂੰ ਜਿਹੜਾ ਲੋਕਾਈ ਦਾ ਸਮਰਥਨ ਮਿਲਣਾ, ਜਿਹਨੇ ਮੋਰਚੇ ਨੂੰ ਤਕੜਾ ਕਰਨਾ ਹੈ, ਜਿਹਨੇ ਮੋਰਚੇ ਦੇ ਪੈਰ ਪੱਕੇ ਕਰਨੇ ਆ, ਉਹ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲ ਰਿਹਾ। ਪਰ ਜਿੱਥੋਂ ਤੱਕ ਵਾਟਰ ਕੈਨਨ ਦੀ ਹੈ, ਜਾਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਭਾਈ ਮੰਗ ਪੱਤਰ ਤਾਂ ਮੇਰੇ ਖਿਆਲ ਸੈਂਕੜੇ ਦੇ ਚੁੱਕੇ ਆ। ਕਿੰਨੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਹਰ ਮਹੀਨੇ ਜਾਂਦੇ ਰਹੇ ਕਿ ਭਾਈ ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਨਹੀਂ, ਇਨਸਾਫ ਦੇਣਾ, ਇਹ ਸਾਰਾ ਕੁਝ ਕਰਨਾ, ਇਹ ਜੀ ਜੀ ਸਰਕਾਰ ਤਾਂ ਆਪ ਕਹਿੰਦੀ ਰਹੀ ਇਲੈਕਸ਼ਨਾਂ ਤੋਂ ਪਹਿਲਾਂ। ਹਾਂਜੀ ਹਾਂਜੀ ਇਹੀ ਜਿਹੜੇ ਹੁਣ ਉਹਨਾਂ ਨੂੰ
ਕੋਈ ਨਵੀਂ ਚੀਜ਼ ਥੋੜੀ ਬਦਲੀ ਆ ਜੀ ਬਸ ਇੰਨਾ ਹੀ ਬਦਲਿਆ ਪਿਆ ਹੈ ਵੀ ਤੁਸੀਂ ਹੁਣ ਸੱਤਾ ਦੇ ਵਿੱਚ ਆ ਗਏ ਆ ਹਾਂਜੀ ਬਿਲਕੁਲ ਇੰਨਾ ਕੀ ਜਿਹੜਾ ਉਸ ਚੀਜ਼ ਦੇ ਵਿੱਚ ਪਿਆ ਆ ਜਿੱਦਾਂ ਉਦੋਂ ਮੋਰਚੇ ਦੇ ਜਾਣ ਲੱਗਿਆ ਸ਼ੰਭੂ ਬਾਰਡਰ ਦੇ ਉੱਤੇ ਹਾਂਜੀ ਵਾਟਰ ਜਿਹੜੇ ਸੀਗੇ ਕੈਨਨ ਉਹਨਾਂ ਨੂੰ ਬੰਦ ਕੀਤਾ ਸੀ ਇਸ ਵਾਰ ਵੀ ਸਿੰਘ ਚੜੇ ਹੋਏ ਸੀ ਮੈਂ ਦੇਖ ਰਿਹਾ ਸੀ ਹਾਂਜੀ ਹਾਂਜੀ ਬਿਲਕੁਲ ਉਹ ਵੀ ਤਸਵੀਰਾਂ ਵੇਖੀਆਂ ਤਸਵੀਰਾਂ ਜਿਹੜੀਆਂ ਉਹ ਆਪਾਂ ਉਹ ਦੇਖੀਆਂ ਹੈਗੀਆਂ ਮਾੜੀ ਗੱਲ ਆ ਸਰਕਾਰ ਦੇ ਲਈ ਪਰ ਇੱਕ ਚੀਜ਼ ਜਿਹੜੀ ਹੋਰ ਹੁਣ ਪ੍ਰਵੀਨ ਜਿਹੜੀ ਉਹ ਹੋਈ ਆ ਹਾਂਜੀ ਇਹ ਮੋਰਚਾ ਹੁਣ ਭਖਿਆ ਆ ਹਾਂਜੀ ਚੱਲ ਰਿਹਾ ਇਸ ਟਾਈਮ ਪੰਜਾਬ ਦੇ ਪ੍ਰਮੁੱਖ ਮੋਰਚੇ ਜਿਹੜਾ ਇਹ ਹਾਂਜੀ ਇਸ ਟਾਈਮ ਬਣ ਚੁੱਕਾ ਹੈ ਬੰਦੀ ਸਿੰਘ ਰਿਹਾ ਕਰੋ ਜਿਹੜਾ ਉਸ ਨੂੰ ਲੈ ਕੇ ਜੀ ਇਸ ਨੂੰ ਦੇਖਦੇ ਹੋਏ ਇੱਕ ਹੋਰ ਜਿਹੜੀ ਕਿਸਾਨ ਜਥੇਬੰਦੀ ਆ ਹਾਂਜੀ ਉਹ ਉਹਨਾਂ ਨੇ ਦੇਖਿਆ ਵੀ ਹੁਣ ਇਹ ਤਾਂ ਕੰਮ ਠੀਕ ਆ ਵਧੀਆ ਆ ਹਾਂਜੀ ਉਹ ਕਹਿੰਦੇ ਜੀ ਹੁਣ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਕੈਦੀ ਆ ਉਹਨਾਂ ਦੀ ਰਿਹਾਈ ਦੀ ਮੰਗ ਕਰਨ ਲੱਗੀ ਉਹ ਗ੍ਰਾਹਾਂ ਗਰੁੱਪ ਵਾਲੇ ਠੀਕ ਹੈ ਅੱਛਾ ਹੁਣ ਵੇਖਿਆ ਵੀ ਹੁਣ ਸਾਡਾ ਹੋਰ ਪਾਸੇ ਕਿਤੇ ਕੋਈ ਚੱਲਦਾ ਨਹੀਂ ਆ ਤੇ ਹੁਣ ਆਪਾਂ ਇਧਰਲੇ ਪਾਸੇ ਨੂੰ ਆ ਜਾਈਏ ਹਾਂਜੀ ਬਿਲਕੁਲ ਉਦਾਂ ਤੁਸੀਂ ਜਿਹੜਾ ਆ ਉਹ ਕੁਝ ਕਰਨਾ ਨਹੀਂ ਕੁਝ ਕਹਿਣਾ ਨਹੀਂ ਜੀ ਤੇ ਫਿਰ ਹੁਣ ਦੇਖੋ ਇੱਕ ਬਰਾਬਰ ਦਾ ਇੱਕ ਹੋਰ ਮੋਰਚਾ ਲਾਉਣ ਬਾਰੇ ਦੇਖੋ ਕਿੱਦਾਂ ਗੱਲ ਕਰਨਾ ਜੀ ਅਸਲ ਦੇ ਵਿੱਚ ਉਗਰਾਹਾਂ ਜਥੇਬੰਦੀ ਦੀ ਆਲੋਚਨਾ ਖਾਸ ਕਰਕੇ ਜੋਗਿੰਦਰ ਉਗਰਾਹਾਂ ਦੀ ਉਦੋਂ ਹੋਈ ਸੀ ਜਦੋਂ ਟੀਕਰੀ ਤੇ ਇਹਨਾਂ ਨੇ ਸਾਰੇ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਉਹ ਸਮਾਜਿਕ ਕਾਰਕੁਨਾਂ ਤੇ ਹੋਰ ਜਿਹੜੇ ਪੱਤਰਕਾਰ ਹੈ ਸਰਕਾਰ ਨੇ ਤਾੜੇ ਵੇ ਖਾਸ ਕਰਕੇ ਮੋਦੀ ਸਰਕਾਰ ਨੇ ਉਹਨਾਂ ਦੀਆਂ ਤਸਵੀਰਾਂ ਤਾਂ ਲਾਈਆਂ ਪਰ ਬੰਦੀ ਸਿੰਘਾਂ ਦੀ ਇੱਕ ਵੀ ਤਸਵੀਰ ਵਿੱਚ ਨਹੀਂ ਲਾਈ ਸੀ ਸੋ ਉਸ ਤੋਂ ਬਾਅਦ ਫਿਰ ਇਹਨਾਂ ਦੀ ਆਲੋਚਨਾ ਬਹੁਤ ਜ਼ਿਆਦਾ ਹੋਈ ਕਿ ਭਾਈ ਜੇ ਤੁਸੀਂ ਸਾਰਿਆਂ ਦੀ ਰਿਹਾਈ ਚਾਹੁੰਦੇ ਆ ਤਾਂ ਫਿਰ ਉਹਦੇ 'ਚ ਬੰਦੀ ਸਿੰਘ ਕਿਉਂ ਨਹੀਂ ਆਉਣਗੇ ਤਾਂ ਉਹਨਾਂ ਦੀ ਰਿਹਾਈ ਤੇ ਮੰਗ ਕਰਦੇ ਤੁਹਾਨੂੰ ਸੰਗ ਕੀ ਹੈ ਤਾਂ ਉਹ ਹੁਣ ਫਿਰ ਜਿਹੜੀ ਹੈ ਉਹਨਾਂ ਦੀ ਜਥੇਬੰਦੀ ਦੇ ਵਿੱਚ ਇੱਕ ਧੜਾ ਤਾਂ ਇਹਦਾ ਸਮਰਥਨ ਕਰਦਾ ਹੀ ਹੈ ਇਸ ਰਿਹਾਈ ਦਾ ਪਰ ਜਥੇਬੰਦੀ ਦਾ ਇੱਕ ਧੜਾ ਉਹ ਆ ਜਿਹੜਾ ਕਹਿੰਦਾ ਕਿ ਨਹੀਂ ਅਸੀਂ ਪੈਰਲਲ ਮੋਰਚਾ ਹੀ ਕੱਢਣਾ ਸੋ ਜੇ ਇੱਕ ਮੋਰਚੇ ਦੇ ਨਾਲ ਇੱਕ ਮੋਰਚਾ ਲੱਗਦਾ ਤਾਂ ਤੁਸੀਂ ਦੇਖੋ ਮੋਰਚੇ ਨੂੰ ਕਿੱਡੀ ਢਾਹ ਲੱਗਦੀ ਜਾਣ ਕੇ ਹੀ ਆ ਸੋ ਇਦਾਂ ਲੱਗਦਾ ਹੁੰਦਾ ਵੀ ਜਦੋਂ ਦੂਜੇ ਮੋਰਚੇ ਨੂੰ ਉਹਨਾਂ ਨੇ ਕੁਛ ਨਾ ਕੁਛ ਜਿਹੜੀ ਉਹ ਕਾਟ ਕਰਨੀ ਹੁੰਦੀ ਆ ਸੋ ਇਸ ਹਿਸਾਬ ਦੇ ਨਾਲ ਵੀ ਜਿਹੜਾ ਉਹ ਚੱਲਦੇ ਆ ਸੋ ਤੇ ਇਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਹਸਤਾਖਰ ਮੁਹਿੰਮ ਵੀ ਚਲਾਈ ਜਾ ਰਹੀ ਹੈ ਹਾਂਜੀ ਚੱਲ ਰਹੀ ਹੈ ਤੇ ਹੁਣ 1.4 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਉਹਦੇ ਤੇ ਦਸਤਖਤ ਕੀਤੇ ਨੇ 14 ਲੱਖ ਤੋਂ ਵੱਧ ਹਾਂਜੀ ਤੇ ਨਾਲ ਇਹ ਆ ਵੀ ਹੁਣ ਭਾਜਪਾ ਵੀ ਦਸਤਖਤ ਕਰ ਰਹੇ ਨੇ ਕਈ ਭਾਜਪਾ ਦੇ ਲੀਡਰਾਂ ਨੇ ਵੀ ਦਸਤਖਤ ਕੀਤੇ ਨੇ ਚਲੋ ਜੇ ਤੁਹਾਡੇ ਵੀ ਉਧਰ ਕੋਈ ਹੈ ਜਿਹੜਾ ਰਹਿੰਦਾ ਜਾਂ ਜਿਹੜਾ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ ਦਸਤਖਤ ਤਾਂ ਇਹਨਾਂ ਦੀ ਰਿਹਾਈ ਵਾਸਤੇ ਇਹਦੇ ਵਿੱਚ ਕੋਈ ਉਹ ਨਹੀਂ ਹੈ ਤੇ ਪਰ ਦੂਜੀ ਗੱਲ ਇਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਜਿਹੜਾ ਵਾ ਉਹ ਮੋਰਚੇ ਨੂੰ ਸਪੋਰਟ ਜਿਹੜਾ ਨਾ ਕਰੇ ਜਾਂ ਕਰੇ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਕਰ ਸਕਦੇ ਆ ਜੇ ਹਾਲੇ ਤੱਕ ਪਹੁੰਚ ਨਹੀਂ ਸੋਸ਼ਲ ਮੀਡੀਆ ਤੇ ਕਰ ਸਕਦੇ ਆ ਆਵਾਜ਼ ਬੁਲੰਦ ਕਰ ਸਕਦੇ ਆ ਟਵਿੱਟਰ ਤੇ ਲੜ ਸਕਦੇ ਆ ਜੇ ਉੱਥੇ ਨੇੜੇ ਤੇੜੇ ਰਹਿੰਦੇ ਤਾਂ ਸੇਵਾ ਭਾਵਨਾ ਦੇ ਨਾਲ ਕਰ ਸਕਦੇ ਆ ਜਾਂ ਹੋਰ ਤਰੀਕਿਆਂ ਦੇ ਨਾਲ ਕੀਤੀ ਜਾ ਸਕਦੀ ਹੈ ਪਰ ਘੱਟੋ ਘੱਟ ਜਵਾਬਦੇਹੀ ਤਾਂ ਕਰੋ ਸਰਕਾਰਾਂ ਨੂੰ ਜੇ ਤੁਹਾਡੀ ਪਹੁੰਚ ਹੈ ਕਿਸੇ ਵਿਧਾਇਕ ਤੱਕ ਹੈ ਕਿਸੇ ਮੰਤਰੀ ਤੱਕ ਹੈ ਜਾਂ ਸਰਕਾਰ ਤੱਕ ਹੈ ਆਵਾਜ਼ ਬੁਲੰਦ ਕਰ ਸਕਦੇ ਹੋ ਉਹ ਤਾਂ ਕਰਨੀ ਚਾਹੀਦੀ ਹੈ ਨਹੀਂ ਬਿਲਕੁਲ ਇਹ ਜੀ ਸਹੀ ਗੱਲ ਆ ਪ੍ਰਵੀਨ ਤੇ ਇਸ ਟਾਈਮ ਮੋਰਚਾ ਜਿਹੜਾ ਉਹ ਭਖ ਰਿਹਾ ਹੈ ਤੇ ਪੂਰਾ ਜੋਰਾਂ ਸ਼ੋਰਾਂ ਦੇ ਨਾਲ ਜੋਸ਼ ਦੇ ਨਾਲ ਜਿਹੜੇ ਲੋਕ ਆ ਦੂਰੋਂ ਨੇੜਿਓਂ ਆ ਰਹੇ ਆ ਜੀ ਸੋ ਬਾਕੀਆਂ ਨੂੰ ਵੀ ਆਪਾਂ ਇਹੀ ਬੇਨਤੀ ਜਿਹੜੀ ਉਹ ਕਰਾਂਗੇ ਵੀ ਭਾਈ ਤੁਸੀਂ ਵੀ ਜਿਹੜਾ ਜ਼ਰੂਰ ਜਾਓ ਤੇ ਜਿੱਦਾਂ ਕਿਸਾਨੀ ਮੋਰਚੇ ਵੇਲੇ ਜਿਹੜੇ ਸਾਰਿਆਂ ਨੇ ਮਦਦ ਕੀਤੀ ਸੀ ਦੂਰੋਂ ਨੇੜਿਓਂ ਇੱਥੋਂ ਵੀ ਬਾਹਰੋਂ ਵੀ ਇੱਧਰੋਂ ਵੀ ਸਾਰੇ ਪਾਸਿਓਂ ਵੀ ਤੇ ਹੁਣ ਸਜ਼ਾਵਾਂ ਭੁਗਤ ਚੁੱਕੇ ਜਿਹੜੇ ਇਹ ਸਿੱਖ ਕੈਦੀ ਆ ਇਹਨਾਂ ਦੀ ਵੀ ਰਿਹਾਈ ਦੀ ਮੰਗ ਜਿਹੜੀ ਉਹ ਚੱਲਣੀ ਚਾਹੀਦੀ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜਿਹੜੇ ਬਾਕੀ ਵੀ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਉਹਨਾਂ ਨੂੰ ਵੀ ਛੱਡ ਦੇਣ ਉਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਕਿਉਂਕਿ ਇਹ ਮਸਲਾ ਹੁਣ ਸਿੱਖ ਚੱਕ ਰਹੇ ਆ ਸੋ ਇਸ ਲਈ ਉਹ ਕਹਿ ਰਹੇ ਆ ਭਾਈ ਪਹਿਲ ਦੇ ਆਧਾਰ ਦੇ ਉੱਤੇ ਵੀ ਸਾਡੇ ਬੰਦਿਆਂ ਨੂੰ ਕਰੋ ਕਿਉਂਕਿ ਆਪਾਂ ਨੂੰ ਪਤਾ ਆ ਵੀ ਉੱਥੇ ਇਹ ਜਿਹੜਾ ਮਸਲਾ ਆ ਉਹ ਮਾਈਨੋਰਟੀਜ਼ ਦੇ ਨਾਲ ਜ਼ਿਆਦਾ ਹੋ ਰਿਹਾ ਆ ਤੇ ਆਪਾਂ ਦੇਖ ਹੀ ਰਹੇ ਆ ਵੀ ਖਾਸ ਕਰਕੇ ਸਿੱਖਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਜਾਂ ਉਹ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾਂਦਾ ਆ ਤੇ ਅੰਨ੍ਹੇਵਾਹ ਜਿਹੜਾ ਉਹ ਚੱਲ ਰਿਹਾ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਵੀ ਉਸ ਮਾਮਲੇ ਵਿੱਚ ਜੇ ਕਿਸੇ ਸਜ਼ਾ ਭੁਗਤ ਚੁੱਕੇ ਕਿਸੇ ਹਿੰਦੂ ਨੂੰ ਜਾਂ ਮੁਸਲਿਮ ਨੂੰ ਵੀ ਛੱਡ ਦੇ ਕਿਸੇ ਨੂੰ ਬਿਲਕੁਲ ਕੋਈ ਇਤਰਾਜ਼ ਨਹੀਂ ਪਰ ਇਹ ਆ ਵੀ ਕਿਉਂਕਿ ਹੁਣ ਮੋਰਚਾ ਇਹਨਾਂ ਨੇ ਲਾਇਆ ਇਹਨਾਂ ਨੇ ਆਪਣੀ ਗੱਲ ਤਾਂ ਕਰਨੀ ਉਹ ਤਾਂ ਬਿਲਕੁਲ ਉਹ ਤਾਂ ਬਣਦੀ ਵੀ ਕਰਨੀ ਅਕਤੂਬਰ 2019 ਦੇ ਵਿੱਚ ਰਾਜ ਕਰਮਵੀਰ ਸਿੰਘ ਜੀ ਇਹਨਾਂ ਨੇ 8 ਸਿੱਖ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਸੀਗਾ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਗੱਲ ਕਹੀ ਸੀਗੀ ਨੋਟੀਫਿਕੇਸ਼ਨ ਜਿਹੜਾ ਸਰਕਾਰ ਦਾ ਸੀਗਾ ਭਾਰਤ ਸਰਕਾਰ ਦਾ ਉਹ ਇਹ ਗੱਲ ਕਹਿੰਦਾ ਸੀਗਾ ਲਾਲ ਸਿੰਘ ਭਾਈ ਆਨੰਦ ਸਿੰਘ ਭਾਈ ਸ਼ਵੇਕ ਸਿੰਘ ਤੇ ਬਲਵੀਰ ਸਿੰਘ ਭਾਈ ਵਰਿਆਮ ਸਿੰਘ ਹਰਜਿੰਦਰ ਸਿੰਘ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ ਇਹਨਾਂ ਨੂੰ ਛੱਡਣਾ ਸੀਗਾ ਇਹਦੇ ਨਾਲ ਹੀ ਬਲਵੰਤ ਸਿੰਘ ਰਾਜੋਆਣਾ ਜਿਹੜੀ ਮੌਤ ਦੀ ਸਜ਼ਾ ਸੀ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨਾ ਸੀਗਾ
ਨੋਟੀਫਿਕੇਸ਼ਨ ਦੇ ਵਿੱਚ ਜਿਹੜੇ 8 ਨਾਂ ਸੀ ਉਹਨਾਂ ਦੇ ਵਿੱਚੋਂ ਭਾਈ ਬਲਬੀਰ ਸਿੰਘ, ਭਾਈ ਵਰਿਆਮ ਸਿੰਘ ਤੇ ਭਾਈ ਹਰਜਿੰਦਰ ਸਿੰਘ ਤਾਂ ਪਹਿਲਾਂ ਹੀ ਰਿਹਾ ਹੋ ਚੁੱਕੇ ਸੀਗੇ, ਜਿਹੜੇ ਆਲਰੇਡੀ ਵਿੱਚ ਇਹਨਾਂ ਨੇ ਬਾਅਦ ਦੇ ਵਿੱਚ ਪਾਏ ਆ। ਲਾਲ ਸਿੰਘ ਤੇ ਆਨੰਦ ਸਿੰਘ ਤੇ ਸ਼ੁਬੇਗ ਸਿੰਘ ਨੂੰ ਰਿਹਾ ਕੀਤਾ ਗਿਆ ਸੀ ਉਦੋਂ, ਜਦਕਿ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ ਅਜੇ ਵੀ ਜੇਲ੍ਹ ਦੇ ਵਿੱਚ ਨੇ। ਇਸ ਤੋਂ ਇਲਾਵਾ ਇਹਦੀ ਬਾਬਤ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਜਿਹੜੇ ਇਸ ਵੇਲੇ ਕਈ ਹੋਰ ਸਿੱਖ ਕੈਦੀ ਨੇ, ਸਤਨਾਮ ਸਿੰਘ ਨੇ, 9 ਜਿਹੜੇ ਚਿਹਰੇ ਨੇ ਜਿਨ੍ਹਾਂ ਦੀ ਗਿਣਤੀ ਆਪਾਂ ਆਮ ਹੀ ਕਰਦੇ ਹਾਂ, ਭਾਈ ਜਗਤਾਰ ਸਿੰਘ ਹਵਾਰਾ ਜਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਰਾਜੋਆਣਾ, ਇਹਨਾਂ ਦੀ ਆਪਾਂ ਅਕਸਰ ਹੀ ਚਰਚਾ ਕਰਦੇ ਹਾਂ। ਪਰ ਸਤਨਾਮ ਸਿੰਘ ਤੇ ਦਿਆਲ ਸਿੰਘ ਤੇ ਬੂਟਾ ਸਿੰਘ ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਜੇਲ੍ਹ ਦੇ ਵਿੱਚ ਬੰਦ ਆ। ਇਹਨਾਂ ਦੇ ਉੱਪਰ ਟਾਡਾ ਦੇ ਕੇਸ ਆ। ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਤੇ ਇਹ ਤਕਰੀਬਨ 9 ਸਾਲਾਂ ਤੋਂ ਵੱਧ ਉਸ ਜੇਲ੍ਹ ਦੇ ਵਿੱਚ ਬੰਦ ਆ। ਜਗਮੋਹਨ ਸਿੰਘ ਨੇ ਜਿਹੜੇ, ਉਹਨਾਂ ਨੂੰ 9 ਸਾਲ ਤੋਂ ਵੱਧ ਹੋ ਗਿਆ ਰਾਜਸਥਾਨ ਦੀ ਜੋਧਪੁਰ ਜੇਲ੍ਹ ਦੇ ਵਿੱਚ, ਤੇ ਉਹਨਾਂ ਦਾ ਮਾਮਲਾ ਵੀ ਮਾਫ ਕਰਨਾ ਰਾਜਸਥਾਨ ਹਾਈ ਕੋਰਟ ਦੇ ਵਿੱਚ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਨੇ ਤੇ ਉਹਨਾਂ ਦੇ ਉੱਤੇ ਆਰਮਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲੇ ਨੇ। ਇਸ ਤੋਂ ਇਲਾਵਾ ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਕੁਲਵੀਰ ਸਿੰਘ ਤੇ ਰਵਿੰਦਰ ਸਿੰਘ, ਇਹ ਵੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ, ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ। ਇਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਕੋਈ MP ਦੇ ਵਿੱਚ ਹੈ, ਕੋਈ ਮਹਾਰਾਸ਼ਟਰ ਦੇ ਵਿੱਚ ਹੈ, ਰਾਜਸਥਾਨ ਦੇ ਵਿੱਚ ਵੀ ਨੇ। ਹਰਨੇਕ ਸਿੰਘ ਤੇ ਦਇਆ ਸਿੰਘ ਲਾਹੌਰੀਆ 2021 ਤੋਂ ਉਹਨਾਂ ਨੂੰ ਪਰਮਾਨੈਂਟ ਜਿਹੜੀ ਪੈਰੋਲ ਆ ਉਹ ਮਿਲੀ ਹੋਈ ਹੈ, ਪਰ ਹਾਲੇ ਬਹੁਤ ਸਾਰੇ ਨਾਂ ਨੇ ਜਿਹੜੇ, ਜਿਵੇਂ ਭਾਈ ਜਗਤਾਰ ਸਿੰਘ ਤਾਰਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਪਰਮਜੀਤ ਸਿੰਘ ਭਿਓਰਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭਾਈ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਗੁਰਦੀਪ ਸਿੰਘ ਖੇੜਾ, ਦਵਿੰਦਰਪਾਲ ਸਿੰਘ ਭੁੱਲਰ, ਇਹ ਉਹ ਨਾਂ ਨੇ ਜਿਹੜੇ ਵੱਖ-ਵੱਖ ਦੋਸ਼ਾਂ ਦੇ ਤਹਿਤ ਸਜ਼ਾਵਾਂ ਤਾਂ ਪੂਰੀਆਂ ਕਰ ਚੁੱਕੇ ਆ, ਪਰ ਹਾਲੇ ਤੱਕ ਇਹਨਾਂ ਦੀ ਰਿਹਾਈ ਦਾ ਕੋਈ ਮੁੱਢ ਜਿਹੜਾ ਉਹ ਨਹੀਂ ਵੱਜ ਸਕਿਆ। ਜੀ ਜੀ ਬਿਲਕੁਲ। ਸੋ ਇਹ ਅਪਡੇਟ ਜਿਹੜੀ ਆ ਉੱਥੇ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਕਈ ਮੋਰਚੇ ਜਿਹੜੇ ਉਹ ਚੱਲਦੇ ਪਏ ਨੇ ਕਈ ਥਾਵਾਂ ਦੇ ਉੱਤੇ। ਸੋ ਪਰ ਜਿਹੜਾ ਬੰਦੀ ਸਿੱਖ ਰਿਹਾ ਕਰੋ, ਇਹ ਜਿਹੜਾ ਕੌਮੀ ਇਨਸਾਫ ਮੋਰਚਾ ਆ ਉਹ ਇਸ ਟਾਈਮ ਸਰਗਰਮੀ ਦੇ ਨਾਲ ਜਿਹੜਾ ਚੱਲ ਰਿਹਾ ਆ। ਬੜੇ ਲੋਕ ਜਿਹੜੇ ਪ੍ਰਵੀਨ ਦੂਰਨ ਜਿਹੜੇ ਉਹ ਆ ਕੇ ਉੱਥੇ ਬੁਲਾ ਰਹੇ, ਉਹ ਆਪਣੇ ਭਾਸ਼ਣ ਜਿਹੜੇ ਇਸ ਚੀਜ਼ ਦੇ ਵਿੱਚ ਕਰ ਰਹੇ ਹੈਗੇ ਆ। ਸੋ ਮੁੜ ਕੁੜ ਕੇ ਉੱਥੇ ਗੱਲ ਜਿਹੜੀ ਉਹ ਚੀਜ਼ ਜਿਹੜੀ ਆਉਂਦੀ ਆ ਵੀ ਉੱਥੇ ਮਾਈਨੋਰਟੀ ਜਾਂ ਸਿੱਖਾਂ ਦੇ ਨਾਲ ਜਿਹੜਾ ਖਾਸਾ ਇਸ ਮਾਮਲੇ ਜੁਡੀਸ਼ਰੀ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਖਾਸਾ ਧੱਕਾ ਚੱਲਦਾ ਆ ਰਿਹਾ। ਇੱਕ ਮੈਂ ਗੱਲ ਇੱਕ ਹੋਰ ਨੋਟ ਕੀਤੀ ਰਾਜਕਰਮਵੀਰ ਸਿੰਘ ਜੀ, ਕਿ ਜਦੋਂ ਵੀ ਇਹ ਗੱਲ ਚੱਲਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਉਦੋਂ ਜਿਹੜੇ ਐਂਟੀ ਲੋਕ ਨੇ, ਇਹਨਾਂ ਦੀ ਰਿਹਾਈ ਦੇ ਉਲਟ ਲੋਕ ਨੇ, ਉਹ ਹਵਾਲਾ ਦਿੰਦੇ ਨੇ ਵੀ ਇਹਨਾਂ ਦੇ ਉੱਤੇ ਟਾਡਾ ਦਾ ਕੇਸ ਦਰਜ ਹੈ, ਇਹਨਾਂ ਦੇ ਉੱਤੇ ਆਹ ਕੇਸ ਦਰਜ ਹੈ, ਇਹ ਬੜੇ ਖਤਰਨਾਕ ਨੇ। ਮੈਂ ਵੇਖਿਆ ਕਈ ਉਦੋਂ ਸਾਡੇ ਸਿੱਖ ਵਿਸ਼ਲੇਸ਼ਕਾਂ ਤੋਂ ਇਲਾਵਾ ਜਿਹੜੇ ਆਮ ਲੋਕ ਨੇ ਉਹ ਚੁੱਪ ਕਰ ਜਾਂਦੇ ਆ, ਪਰ ਅਸਲ ਦੇ ਵਿੱਚ ਜਿਹੜੀ ਗੱਲ ਉਹਨਾਂ ਦੇ ਖਾਨੇ ਪਾਉਣ ਵਾਲੀ ਆ ਉਹ ਇਹ ਹੈ ਕਿ ਇਹ ਜਿਹੜੇ ਬੰਦੀ ਸਿੱਖ ਨੇ, ਸਿੰਘ ਨੇ ਕਹਿ ਲਓ, ਇਹ ਸਿੱਖ ਕੌਮ ਵਾਸਤੇ ਜਾਂ ਕਹਿ ਲਓ ਕਿ ਸਿੱਖਾਂ ਦੇ ਖਿਲਾਫ ਹੋਈਆਂ ਜਿਹੜੀਆਂ ਗਤੀਵਿਧੀਆਂ, ਕਾਰਵਾਈਆਂ, ਉਹਨਾਂ ਦੇ ਜਾਲੀ ਪੁਲਿਸ ਮੁਕਾਬਲੇ ਜਾਂ ਹੋਰ ਉਹਨਾਂ ਦੇ ਖਿਲਾਫ ਖੜੇ ਹੋਣ ਵਾਲੇ ਆਮ ਘਰਾਂ ਦੇ ਨੌਜਵਾਨ ਸੀਗੇ। ਇਹਨਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ, ਇਹਨਾਂ ਨੇ ਕੋਈ ਫਰੌਤੀਆਂ ਨਹੀਂ ਮੰਗੀਆਂ, ਇਹਨਾਂ ਨੇ ਕੋਈ ਹੋਰ ਉਦੋਂ ਪਹਿਲਾਂ ਕੋਈ ਕਤਲ ਨਹੀਂ ਕੀਤੇ, ਡਾਕੇ ਨਹੀਂ ਮਾਰੇ। ਇੱਕ ਰੋਜ਼ ਸੀਗਾ ਜਿਹੜਾ ਹਥਿਆਰਬੰਦ ਹੋਇਆ ਬਾਅਦ ਦੇ ਵਿੱਚ, ਤੇ ਉਸ ਦੇ ਜਿਹੜੀ ਚੀਜ਼ ਥੋਪੀ ਗਈ ਅਸਲ ਦੇ ਵਿੱਚ, ਤੁਹਾਨੂੰ ਇਹ ਖੁੱਲੇ ਦਿਲ ਨਾਲ ਕਹਿਣਾ ਪਊਗਾ ਕਿ ਸਿੱਖਾਂ ਉੱਤੇ ਜੰਗ ਥੋਪੀ ਗਈ ਸੀ ਵੱਖ-ਵੱਖ ਤਰੀਕਿਆਂ ਦੇ ਨਾਲ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੀ ਹੋ ਗਿਆ, ਜਦੋਂ ਅਕਾਲ ਤਖਤ ਸਾਹਿਬ ਹੀ ਢਾਤਾ, ਜਦੋਂ ਸਿੱਖਾਂ ਦਾ ਕਤਲੇਆਮ ਹੀ ਕਰਤਾ ਰਾਜਧਾਨੀ ਦੇ ਵਿੱਚ ਸਰਕਾਰੀ ਮਸ਼ੀਨਰੀ ਤੇ ਹੋਰ। ਰੀਸੈਂਟਲੀ ਕੋਈ ਕਹਿ ਰਿਹਾ ਸੀਗਾ ਵੀ ਦਰਬਾਰ ਸਾਹਿਬ ਵੱਲ ਤਾਂ ਜਾਂ ਅਕਾਲ ਤਖਤ ਸਾਹਿਬ ਵੱਲ ਤੇ ਗੋਲੀ ਨਹੀਂ ਚਲਾਈ। ਦੇਖ ਲਓ। ਇਹ ਮਤਲਬ ਇਹੋ ਜਿਹੇ ਲੋਕ ਕਿੱਦਾਂ ਝੂਠ ਬੋਲ ਰਹੇ ਤੇ ਉਹ ਉਸ ਚੀਜ਼ ਦੀ ਪ੍ਰੋੜਤਾ ਕਰਦੇ ਨੇ ਕਈ ਲੋਕ। ਤੇ ਉਹ ਕੀ ਹੁੰਦਾ, ਕਈ ਮੈਂ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਵਿਚਰਦੇ ਹਾਂ ਤੇ ਉੱਥੇ ਵੀ ਆਪਾਂ ਵੇਖਦੇ ਚੀਜ਼ਾਂ ਨੂੰ, ਪੜ੍ਹਦੇ ਹਾਂ, ਸੁਣਦੇ ਹਾਂ ਕਿ ਭਾਈ ਇਹਨਾਂ ਦੇ ਉੱਤੇ ਤਾਂ ਟਾਡਾ ਲੱਗਿਆ ਹੋਇਆ, ਇਹਨਾਂ ਦੇ ਉੱਤੇ ਫਲਾਮ ਆ। ਦੇਖੋ, ਜੇਕਰ ਤੁਸੀਂ, ਚਲੋ ਆਪਾਂ ਇਹ ਗੱਲ ਕਹਿਣਾ ਕਿ ਤੁਹਾਡਾ ਹੀ ਸਿਸਟਮ ਦੇ ਅਕੋਰਡਿੰਗ ਆਪਾਂ ਚੱਲ ਲੈਂਦੇ ਹਾਂ, ਤੁਸੀਂ ਸਿਸਟਮ ਦੇ ਵਿੱਚ ਵਿਵਸਥਾ ਬਣਾਈ ਕਿ ਜੇ ਬੰਦਾ ਆਹ ਜੁਰਮ ਕਰਦਾ ਉਹਨੂੰ ਆਹ ਸਜ਼ਾ, ਠੀਕ ਹੈ, ਬੰਦੇ ਤੋਂ ਤੁਸੀਂ ਜੁਰਮ ਕਰਵਾਤਾ, ਉਹਦੇ ਤੇ ਜੰਗ ਥੋਪ ਕੇ, ਜੁਰਮ ਦੇ ਵਿੱਚ ਉਹਨੇ ਸਜ਼ਾ ਵੀ ਪੂਰੀ ਕਰ ਲਈ। ਜਦੋਂ ਉਹ ਕਹਿੰਦਾ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਉਹਦੀ ਰਿਹਾਈ ਹੋਣੀ ਚਾਹੀਦੀ, ਘੱਟੋ ਘੱਟ ਉਹੀ ਤਾਂ ਆਪਦੇ ਸਿਸਟਮ ਮੁਤਾਬਕ ਕਰ ਦਿਓ, ਰਿਹਾਈ ਤਾਂ ਕਰ ਦਿਓ ਨਾ। ਸੋ ਇਹ ਜਦੋਂ ਵੀ ਤੁਹਾਨੂੰ ਇਸ ਗੱਲ ਦਾ ਸਾਹਮਣਾ ਕਰਨਾ ਪੈਂਦਾ ਕਿ ਭਾਈ ਉਹਨਾਂ ਦੇ ਉੱਤੇ ਟਾਡਾ ਹੈ ਜਾਂ ਉਹਨਾਂ ਦੇ ਉੱਤੇ ਫਲਾਂ ਧਾਰਾ, ਉਹਨਾਂ ਦੇ ਉੱਤੇ ਆਏ, ਉਹਨਾਂ ਨੇ ਫਲਾਂ ਮੁੱਖ ਮੰਤਰੀ ਮਾਰਤਾ, ਠੀਕ ਹੈ, ਮੁੱਖ ਮੰਤਰੀ ਨੂੰ ਸੋਧਾ ਲਾਤਾ, ਆਪਣੀ ਸਿੰਘਾਂ ਦੀ ਬੋਲੀ ਦੇ ਵਿੱਚ ਕਹਿੰਦੇ ਆ, ਉਹ ਕਹਿੰਦੇ ਕਿ ਮੁੱਖ ਮੰਤਰੀ ਮਾਰਤਾ, ਜੋ ਮਰਜ਼ੀ ਆ। ਪਰ ਜਿਹੜੇ ਲੋਕ, ਚਲੋ ਜੇ ਤੁਹਾਨੂੰ ਮੁੱਖ ਮੰਤਰੀ ਦਾ ਦਰਦ ਆਉਂਦਾ ਤੇ ਤੁਸੀਂ ਫਿਰ ਉਹਨਾਂ ਲੋਕਾਂ ਦੀ ਵੀ ਆਵਾਜ਼ ਬਣੋ ਨਾ, ਜਿਨ੍ਹਾਂ ਦੇ ਵਿਚਾਰੇ ਕਿਸੇ ਦਾ ਕਾਲਜ ਪੜ੍ਹਨ ਗਿਆ ਨਹੀਂ ਮੁੜਿਆ, ਕਿਸੇ ਦਾ ਪੱਠੇ ਵੱਢਣ ਗਿਆ ਨਹੀਂ ਮੁੜਿਆ, ਉਡੀਕ ਰਹੇ ਨੇ, ਉਹ ਤਾਂ
ਉਹਨਾਂ ਦੇ ਨਾਲੇ ਹੁਣ ਤਾਂ ਕਿੰਨੀਆਂ ਸਜ਼ਾਵਾਂ ਹੋ ਚੁੱਕੀਆਂ ਉਸ ਹਾਂਜੀ। ਟਾਈਮ ਦੇ ਪੁਲਿਸ ਵਾਲਿਆਂ ਨੂੰ। ਹਾਂ ਬਿਲਕੁਲ ਵੀ ਉਹ ਬਿਲਕੁਲ ਤਾਂ ਹੁਣ ਸਪਸ਼ਟ ਆ। ਹਾਂਜੀ ਇਹ ਤਾਂ ਤੁਸੀਂ ਕਹਿ ਵੀ ਨਹੀਂ ਸਕਦੇ ਵੀ ਉਹ ਐਵੇਂ ਝੂਠੀਆਂ ਗੱਲਾਂ, ਚਾਰ ਝੂਠੇ ਮੁਕਾਬਲੇ ਜ਼ਰੂਰ ਬਣਾ ਬਣਾ ਹਾਂਜੀ ਹਾਂਜੀ ਝੂਠੇ ਮੁਕਾਬਲੇ ਜ਼ਰੂਰ ਬਣੇ ਆ। 4 ਸਜ਼ਾਵਾਂ ਤਾਂ ਹੁਣੇ ਜਦੋਂ ਮਈ ਦੇ ਵਿੱਚ ਬਾਅਦ ਦੇ ਵਿੱਚ ਤੇ 3 ਮਸਲੇ ਤਾਂ ਮੈਨੂੰ ਮੂੰਹ ਜ਼ਬਾਨੀ ਯਾਦ ਆ, ਜਿਨ੍ਹਾਂ ਮਸਲਿਆਂ ਦੇ ਵਿੱਚ ਸਜ਼ਾ ਹੋਈ ਹੈ। ਇੱਕ ਦੇ ਵਿੱਚ 30 ਸਾਲਾਂ ਬਾਅਦ, ਇੱਕ ਦੇ ਵਿੱਚ 28 ਸਾਲਾਂ ਬਾਅਦ, ਔਰ ਇਹ ਵੀ ਤਾਂ ਹੋਈ ਹੈ ਕਿਉਂਕਿ CBI ਨੇ ਇਹਨਾਂ ਮਸਲਿਆਂ ਦੇ ਵਿੱਚ ਜਾਂਚ ਕੀਤੀ। ਜੇ ਇੱਥੋਂ ਦੀ ਪੁਲਿਸ ਕਰਦੀ ਤਾਂ ਉਹਨਾਂ ਨੇ ਆਪਣਿਆਂ ਨੂੰ ਥੋੜੀ ਸਜ਼ਾ ਦੇਣੀ ਹਾਂਜੀ CBI ਦੇ ਮਸਲੇ ਮੋਹਾਲੀ ਕੋਰਟ ਦੇ ਵਿੱਚ ਇੱਕ ਲੰਘੇ ਦਿਨੀ ਇੱਕ ਮਾਮਲੇ ਦੇ ਵਿੱਚ, ਸ਼ਾਇਦ ਉਹ ਮਾਮਲਾ ਸੀਗਾ ਤਰਨਤਾਰਨ ਦੇ ਪਿੰਡ ਦਾ, ਉਹਦੇ ਵਿੱਚ 29 ਸਾਲਾਂ ਬਾਅਦ ਸਜ਼ਾ ਹੋਈ ਹੈ 2 ਪੁਲਿਸ ਵਾਲਿਆਂ ਨੂੰ। 5 ਉਹਦੇ ਚੋਂ ਇਸ ਜਹਾਨ ਦੇ ਵਿੱਚ 4 ਨਹੀਂ ਰਹੇ ਪੁਲਿਸ ਵਾਲੇ। ਸੋ ਦੇਖੋ ਕੁਦਰਤੀ ਨਹੀਂ ਰਹੇ ਤਾਂ, ਪਰ ਜਿਹੜੇ ਹੁਣ ਜਿਨ੍ਹਾਂ ਨੂੰ ਇਹ ਕਹਿੰਦੇ ਕਿ ਹੁਣ ਨਿਆਂ ਮਿਲਿਆ, ਨਿਆਂ ਕਿਹੜਾ ਹੈ? ਜਸਟਿਸ ਡਿਲੇ ਜਸਟਿਸ ਡਿਨਾਈਡ। ਅਕਸਰ ਹੀ ਆਪਾਂ ਇਹ ਕੋਡ ਯੂਜ਼ ਕਰਦੇ ਹਾਂ। ਹਾਂਜੀ ਸਹੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਪ੍ਰਵੀਨ ਆ ਉਹ ਹੁਣ ਸਮਾਪਤ ਹੈ ਜੀ, ਤੇ ਆਪਾਂ ਹੁਣ ਮਿਲਾਂਗੇ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਹਾਂਜੀ ਕੱਲ ਨੂੰ ਸਾਂਝੀ ਸੱਤ ਦੇ ਵਿੱਚ ਕੁਝ ਹੋਰ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਲੈ ਕੇ ਉਹ ਆਪਾਂ ਹਾਜ਼ਰ ਹੋਵਾਂਗੇ। ਤੇ ਹੁਣ ਇਸ ਤੋਂ ਅਗਲਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਨਗੇ ਬਲਵਿੰਦਰ ਕੌਰ ਜੀ, ਇਤਿਹਾਸ ਦੇ ਚਲੋਖੇ ਚੋਂ। ਸੋ ਉਹ ਵੀ ਜਿਹੜਾ ਉਹ ਸੁਣਨਾ ਨਾ ਭੁੱਲਿਓ ਜੀ। ਤੇ ਹੁਣ ਲੈਂਦੇ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਿਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।